ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਿੰਘਾਸਨ ਸੰਤੋਖ ਸਪਰ ਸਤਿ ਛਤਰ ਅਬਿਰਾਮ। ਸਤਿ ਨਾਮ ਝੰਡਾ ਝੁਲਤ ਰਾਜਤ ਸਤਿਗੁਰ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਗੁਰੂ ਕੀ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ। ਗੁਰੂ ਕੇ ਕੀਰਤਨੀਏ ਬੜੇ ਪਿਆਰ ਨਾਲ ਗੁਰੂ ਕੇ ਇਹ ਬਚਨ ਸੁਣਾ ਰਹੇ ਸਨ। ਐਸੋ ਹੀਰਾ ਨਿਰਮਲ ਨਾਮ ਜਾਸ ਜਪਤ ਪੂਰਨ ਸਭ ਕਾਮ। ਪਰਮਾਤਮਾ ਦਾ ਨਾਮ ਅਜਿਹਾ ਹੀਰਾ ਹੈ ਕਿਉਂਕਿ ਦੁਨਿਆਵੀ ਤੌਰ ਤੇ ਬਹੁਤ ਹੀਰੇ ਨੇ, ਮੋਤੀ ਨੇ, ਲਾਲ ਨੇ, ਰਤਨ ਨੇ, ਜਵੇਹਰ ਨੇ, ਮਾਣਕ ਨੇ, ਪਰ ਜੇ ਦੁਨਿਆਵੀ ਹੀਰੇ ਕੋਲ ਹੋਣ ਤੇ ਜ਼ਿੰਦਗੀ ਦੇ ਸਾਰੇ ਕਾਰਜ ਪੂਰੇ ਨਹੀਂ ਹੁੰਦੇ। ਪਰ ਸਤਿਗੁਰੂ ਜੀ ਕਹਿੰਦੇ ਜਾਸ ਜਪਤ ਪੂਰਨ ਸਭ ਕਾਮ। ਜਿਸ ਪਰਮਾਤਮਾ ਦੇ ਨਾਮ ਨਾਲ ਜੁੜਿਆ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਪਰਮਾਤਮਾ ਦੇ ਨਾਮ ਦਾ ਅਰਥ ਪ੍ਰਭੂ ਦੇ ਪਿਆਰ 'ਚ ਜੋੜਨਾ, ਪ੍ਰਭੂ ਦੇ ਗੁਣਾਂ ਨੂੰ ਜ਼ਿੰਦਗੀ ਅੰਦਰ ਧਾਰਨ ਕਰ ਲੈਣਾ। ਸਤਿਗੁਰੂ ਜੀ ਨੇ ਕਿਹਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ। ਕਾਮ ਤਿੰਨ ਗਊ ਕੋ ਸੁਣੀ ਹੈ ਆਪਾਂ ਨੇ ਗ੍ਰੰਥਾਂ 'ਚ ਜਾਂ ਧਾਰਮਿਕ ਲੋਕਾਂ ਕੋਲੋਂ, ਕਲਪਬ੍ਰਿਸ਼ ਵੀ ਸੁਣਿਆ ਪਰ ਦੇਖਿਆ ਕਿਸੇ ਨੇ ਨਹੀਂ ਹੈ, ਗ੍ਰੰਥਾਂ 'ਚ ਹੀ ਪੜ੍ਹਿਆ। ਪਰ ਸਤਿਗੁਰੂ ਜੀ ਕਹਿੰਦੇ ਇਹ ਵਾਹਿਗੁਰੂ ਜੀ ਦਾ ਨਾਮ ਜਿਹਦੇ ਅਧੀਨ ਕਾਮ ਤਿੰਨ ਗਊ ਹੈ, ਕਲਪਬ੍ਰਿਸ਼ ਜਿਹਦੇ ਅਧੀਨ ਨੇ। ਜਿੱਥੇ ਸਤਿਗੁਰੂ ਜੀ ਨੇ ਇਸ ਮੁਖਵਾਕ ਰਾਹੀਂ ਨਾਮ ਦੀ ਮਹਿਮਾ ਗਾਇਨ ਕੀਤੀ ਹੈ, ਨਾਮ ਨਾਲ ਜੁੜਨ ਦੀ ਗੱਲ ਕੀਤੀ ਹੈ। ਅੱਜ ਪੋਹ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ 12 ਮਾਹ ਦੇ ਅੰਦਰ ਜੋ ਬਚਨ ਬਖਸ਼ਿਸ਼ ਕੀਤੇ, ਪੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰ ਨਾਹ, ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹ, ਓੜ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ, ਵਿਖਿਆ ਪੋ ਨ ਸਕੇ ਮਿਰ ਸਾਧੂ ਗੁਣ ਗਾਹ, ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ, ਓੜ ਗੋਬਿੰਦ ਗੋਪਾਲ ਰੇ ਸੇਵਾ ਸੁਆਮੀ ਲਾਹ, ਵਿਖਿਆ ਪੋ ਨ ਸਕੇ। ਸਤਿਗੁਰੂ ਜੀ ਕਹਿੰਦੇ ਵਿਖਿਆ ਪੋ ਨ ਸਕੀ ਮਿਲ ਸਾਧੂ ਗੁਣ ਗਾਹ। ਸਤਿਗੁਰੂ ਜੀ ਨੇ ਅਖੀਰ ਤੇ ਬਚਨ ਕਹੇ ਨੇ ਕਿ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ। ਸਾਡੀ ਜ਼ਿੰਦਗੀ ਪੋਹ ਦੇ ਮਹੀਨੇ ਵਾਂਗੂ ਹੈ। ਬੜੀ ਠੰਡ ਪੈਂਦੀ ਪੋਹ ਦੇ ਮਹੀਨੇ 'ਚ, ਕੱਕਰ ਪਏਗਾ, ਬਰਫ਼ ਪੈਂਦੀ ਹੈ ਕਈ ਜਗ੍ਹਾ 'ਤੇ। ਔਰ ਇਸ ਠੰਡ ਦਾ ਅਸਰ ਕੀ ਹੁੰਦਾ, ਸਰੀਰ ਸੁੰਨ ਹੋ ਜਾਂਦਾ। ਕਈ ਵਾਰਾਂ ਸਰੀਰ ਨੂੰ ਠੰਡ ਲੱਗ ਜਾਏ। ਇੱਕ ਹੁੰਦੇ ਠੰਡ ਪੈਣੀ, ਇੱਕ ਹੁੰਦੇ ਠੰਡ ਲੱਗਣੀ, ਦੋ ਚੀਜ਼ਾਂ ਨੇ। ਠੰਡ ਤਾਂ ਪੈਣੀ ਇਹ ਕੁਦਰਤੀ ਗੱਲ ਹੈ, ਇਹਦੀ ਲੋੜ ਵੀ ਹੈ, ਠੰਡ ਜ਼ਰੂਰੀ ਵੀ ਹੈ, ਪਰ ਠੰਡ ਲੱਗਣੀ ਨਹੀਂ ਚਾਹੀਦੀ। ਠੰਡ ਲੱਗ ਜਾਏ ਤੇ ਮਨੁੱਖ ਦੀ ਮੌਤ ਵੀ ਹੋ ਜਾਂਦੀ ਹੈ। ਸਾਡੀ ਜ਼ਿੰਦਗੀ ਵੀ ਪੋਹ ਦੇ ਮਹੀਨੇ ਵਾਂਗੂ ਹੈ। ਇਹਦੇ ਵਿੱਚ ਮਾਇਆ ਜਿਹੜੀ ਹੈ ਨਾ, ਮਾਇਆ ਦਾ ਤੁਖਾਰ ਦਾ ਅਰਥ ਹੁੰਦਾ ਕੱਕਰ ਪੈਣਾ, ਬਰਫ਼ ਪੈਣੀ। ਇਹ ਮਾਇਆ ਜਿਹੜੀ ਹੈ ਜੇ ਕਿਤੇ ਲੱਗ ਜਾਏ ਮਨੁੱਖ ਨੂੰ ਵਿਆਪ ਜਾਏ। ਵਿਖਿਆ ਪੋ ਨਾ ਸਕੇ, ਮਾਇਆ ਨੂੰ ਵਿਖਿਆ ਕਿਹਾ। ਇਹ ਉਸ ਮਨੁੱਖ ਨੂੰ ਜ਼ਿੰਦਗੀ 'ਚ ਮਾਇਆ ਨਹੀਂ ਵਿਆਪ ਸਕਦੀ ਜਿਹੜਾ ਪਰਮਾਤਮਾ ਦਾ ਆਸਰਾ ਲੈਂਦਾ ਰਹਿੰਦਾ, ਉਹ ਮਾਇਆ 'ਚ ਹੈ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਾਇਆ ਨੇ ਅਸਰ ਪਾਉਣਾ ਜ਼ਰੂਰ ਹੈ, ਔਰ ਇਹ ਮਾਇਆ ਦਾ ਹੀ ਅਸਰ ਹੈ ਕਿ ਮਨੁੱਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਇਹ ਮਾਇਆ ਦਾ ਅਸਰ ਹੈ। ਜਿਵੇਂ ਠੰਡ ਦਾ ਅਸਰ ਹੋ ਜਾਏ ਮਨੁੱਖ ਸਰੀਰਕ ਤੌਰ 'ਤੇ ਰੋਗੀ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਮਨੁੱਖ ਦੇ ਮਨ 'ਤੇ ਮਾਇਆ ਦਾ ਅਸਰ ਹੋ ਜਾਏ, ਮਨੁੱਖ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ। ਜਿਹਦੇ 'ਤੇ ਮਾਇਆ ਦਾ ਅਸਰ ਹੁੰਦਾ ਹੈ, ਮਾਇਆ ਵਿਆਪਦੀ ਜਿਹਨੂੰ, ਉਹ ਕੀ ਹੁੰਦੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕੁਚੋਲਾ। ਠੰਡ ਪਏ ਨਾ ਜਦੋਂ ਬੜੀ ਕਰੜੀ, ਛੋਟੇ ਮੋਟੇ ਬੂਟੇ ਕੁਮਲਾ ਜਾਂਦੇ ਨੇ, ਕਈ ਸੜ ਸੁੱਕ ਜਾਂਦੇ ਨੇ, ਬਨਸਪਤੀ ਕਈ ਵਾਰੀ ਕਈ ਠੰਡ ਨਾਲ ਹੀ ਮਰ ਜਾਂਦੇ ਨੇ ਬੂਟੇ। ਬਿਲਕੁਲ ਇਸੇ ਤਰੀਕੇ ਦੇ ਨਾਲ ਜਦੋਂ ਮਾਇਆ ਦਾ ਅਸਰ ਪੈਂਦਾ ਕਈ ਮਨੁੱਖ ਮਰ ਜਾਂਦੇ ਨੇ। ਸਰੀਰ ਕਰਕੇ ਭਾਵੇਂ ਉਹ ਜਿਉਂਦੇ ਨੇ ਪਰ ਉਹਨਾਂ 'ਚੋਂ ਮਨੁੱਖਤਾ ਮਰ ਜਾਂਦੀ ਹੈ, ਇਨਸਾਨੀਅਤ ਮਰ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਜੇ ਇਸ ਮਾਇਆ ਤੋਂ ਬਚਣਾ, ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਹ। ਉਹਨਾਂ ਲੋਕਾਂ ਨੂੰ ਇਹ ਮਾਇਆ ਵਿਆਪਦੀ ਨਹੀਂ ਹੈ ਜਾਂ ਉਹਨਾਂ 'ਤੇ ਮਾਰੂ ਅਸਰ ਨਹੀਂ ਕਰਦੀ। ਕੰਠ ਦਾ ਅਰਥ ਇੱਥੇ ਹਿਰਦਾ ਹੈ, ਜਿਨ੍ਹਾਂ ਨੇ ਹਿਰਦੇ 'ਚ ਪਰਮਾਤਮਾ ਨੂੰ ਵਸਾਇਆ ਹੋਇਆ।
ਜਿਹੜੇ ਮਨ ਕਰਕੇ ਪ੍ਰਮਾਤਮਾ ਨਾਲ ਜੁੜੇ ਨੇ। ਔਰ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ, ਉਹਨਾਂ ਲੋਕਾਂ ਤੇ ਮਾਇਆ ਪ੍ਰਭਾਵ ਨਹੀਂ ਪਾ ਸਕਦੀ ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੇ ਵਿੱਚ ਵਿਨਿਆ ਹੋਇਆ ਹੈ। ਵਾਹਿਗੁਰੂ ਜੀ ਦੇ ਚਰਨ ਕਮਲ ਵਾਂਗੂ ਨੇ। ਕਮਲ ਖੇੜੇ ਦਾ ਪ੍ਰਤੀਕ ਹੈ, ਸੁੰਦਰਤਾ ਦਾ ਪ੍ਰਤੀਕ ਹੈ। ਕਮਲ ਜਿਹੜਾ ਕਹਿੰਦੇ ਇਹਦੇ ਤੋਂ ਇਹ ਉਤਪਤੀ ਹੋਈ ਹੈ, ਹਿੰਦੂ ਸਿਧਾਂਤ ਇਹ ਗੱਲ ਕਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਚਰਨ ਹੀ ਕਮਲ ਨੇ ਸਾਡੇ ਲਈ, ਉਹ ਖਿੜੇ ਰਹਿੰਦੇ ਨੇ, ਸੁੰਦਰ ਨੇ, ਮਨੁੱਖ ਦੇ ਅੰਦਰ ਖੇੜਾ ਪੈਦਾ ਕਰਦੇ ਨੇ। ਜਿਸ ਮਨੁੱਖ ਦਾ ਮਨ ਪ੍ਰਮਾਤਮਾ ਦੇ ਚਰਨਾਂ 'ਚ ਵਿਨਿਆ ਗਿਆ, ਜੁੜ ਗਿਆ, ਉਹਦੇ ਤੇ ਮਾਇਆ ਵਿਆਪ ਨਹੀਂ ਸਕਦੀ। ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਦੇ ਦਰਸ਼ਨਾਂ ਦੀ ਹੀ ਖਿੱਚ ਲੱਗੀ ਹੋਈ ਹੈ, ਉਹਦੇ ਤੇ ਮਾਇਆ ਪ੍ਰਭਾਵ ਨਹੀਂ ਪਾ ਸਕਦੀ। ਮਾਇਆ ਨੇ ਤੇ ਵਰਤਣਾ ਹੀ ਹੈ, ਮਾਇਆ ਤੋਂ ਬਿਨਾਂ ਤੇ ਜ਼ਿੰਦਗੀ ਚੱਲਣੀ ਨਹੀਂ ਹੈ। ਸਤਿਗੁਰੂ ਜੀ ਨੇ ਮਾਇਆ ਤੋਂ ਭੱਜਣ ਲਈ ਕਿਤੇ ਸਾਨੂੰ ਨਹੀਂ ਕਿਹਾ, ਮਾਇਆ ਨੂੰ ਬੁਰਾ ਵੀ ਕਿਤੇ ਨਹੀਂ ਕਿਹਾ। ਮਾਇਆ ਤੋਂ ਬਿਨਾਂ ਜ਼ਿੰਦਗੀ ਚੱਲ ਹੀ ਨਹੀਂ ਸਕਦੀ, ਜਗਤ ਚੱਲ ਹੀ ਨਹੀਂ ਸਕਦਾ। ਮਾਇਆ ਪ੍ਰਮਾਤਮਾ ਨੇ ਬਣਾਈ ਹੈ, ਆਪ ਬਣਾਈ ਹੈ। ਸਾਡੀ ਜ਼ਿੰਦਗੀ ਬੇੜੀ ਵਾਂਗੂ ਹੈ, ਬੇੜੀ ਪਾਣੀ ਤੋਂ ਬਿਨਾਂ ਤਰ ਨਹੀਂ ਸਕਦੀ, ਉਹਦੇ ਲਈ ਪਾਣੀ ਬੜਾ ਜ਼ਰੂਰੀ ਹੈ। ਸਾਡੀ ਜ਼ਿੰਦਗੀ ਵੀ ਮਾਇਆ ਤੋਂ ਬਿਨਾਂ ਚੱਲ ਨਹੀਂ ਸਕਦੀ। ਉਹ ਬਿਲਕੁਲ ਝੂਠ ਬੋਲਦੇ ਨੇ ਲੋਕ ਜਿਹੜੇ ਕਹਿੰਦੇ ਅਸੀਂ ਮਾਇਆ ਤਿਆਗ ਦਿੱਤੀ, ਮਾਇਆ ਤੋਂ ਦੂਰ ਚਲ ਗਏ ਨੇ। ਜੰਗਲਾਂ 'ਚ ਬੈਠ ਕੇ ਵੀ ਬੰਦਾ ਮਾਇਆ ਤੋਂ ਬਿਨਾਂ ਨਹੀਂ ਜੀਉ ਸਕਦਾ। ਉੱਥੇ ਘਾਹ ਪੱਤੇ ਖਾਣੇ ਵੀ ਤੇ ਮਾਇਆ ਹੀ ਹੈ, ਇਹ ਸਰੀਰ ਵੀ ਤੇ ਮਾਇਆ ਹੀ ਹੈ। ਮਾਇਆ ਤੋਂ ਬਿਨਾਂ ਜ਼ਿੰਦਗੀ ਦੀ ਬੇੜੀ ਨਹੀਂ ਚੱਲਣੀ। ਪਰ ਗੁਰਮਤਿ ਕਹਿੰਦੀ ਕਿ ਇਹ ਪਾਣੀ ਬੇੜੀ ਦੇ ਵਿੱਚ ਨਹੀਂ ਪੈਣਾ ਚਾਹੀਦਾ। ਜੇ ਪਾਣੀ ਬੇੜੀ 'ਚ ਪੈ ਗਿਆ ਤੇ ਬੇੜੀ ਫਿਰ ਵੀ ਡੁੱਬ ਜਾਏਗੀ। ਇਸ ਕਰਕੇ ਮਾਇਆ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਣੀ, ਪਰ ਮਾਇਆ ਸੁਰਤ 'ਚ ਨਹੀਂ ਵਸਣੀ ਚਾਹੀਦੀ। ਮਾਇਆ ਗੁਜਰਾਨ ਹੋਣੀ ਚਾਹੀਦੀ, ਜ਼ਰੂਰੀ ਹੈ। ਗ੍ਰਹਿ ਜਾ ਕੇ ਸੋਭਾ ਹੈ ਨਾਹੀਂ, ਆਵਤ ਪਈਆ ਖੁਦੇ ਜਾਹੇ। ਸਤਿਗੁਰੂ ਜੀ ਕਹਿੰਦੇ ਨੇ ਜਿਸ ਮਨੁੱਖ ਦੇ ਘਰ 'ਚ ਮਾਇਆ ਨਹੀਂ, ਉਹਦੇ ਘਰੋਂ ਤੇ ਪ੍ਰਾਹੁਣੇ ਵੀ ਭੁੱਖੇ ਚਲੇ ਜਾਂਦੇ ਨੇ। ਉਹ ਕਿਸੇ ਦੀ ਸੇਵਾ ਕੀ ਕਰ ਸਕੇਗਾ? ਅਸੀਂ ਕਹਿੰਦੇ ਸੇਵਾ ਕਰਨੀ ਚਾਹੀਦੀ ਬੰਦੇ ਨੂੰ। ਜਿਹੜਾ ਬੰਦਾ ਜਿਹਦੇ ਕੋਲ ਪੈਸਾ ਹੀ ਕੋਈ ਨਹੀਂ ਹੈ, ਜਿਹੜਾ ਕੋਈ ਕਿਰਤ ਹੀ ਨਹੀਂ ਕਰਦਾ, ਉਹ ਕਿਸੇ ਦੀ ਕੀ ਸੇਵਾ ਕਰੇਗਾ? ਸੇਵਾ ਸੰਤੋਖੀ ਲੋਕ ਕਰਦੇ ਨੇ, ਜਿਹੜੇ ਕਿਰਤ ਕਰਦੇ ਨੇ ਔਰ ਸੰਤੋਖ 'ਚ ਰਹਿੰਦੇ ਨੇ, ਉਹ ਸੇਵਾ ਕਰਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਜ਼ਿੰਦਗੀ ਦੇ ਅੰਦਰ ਪ੍ਰਮਾਤਮਾ ਦੇ ਚਰਨਾਂ 'ਚ ਆਪਣਾ ਮਨ ਜੋੜ ਲਿਆ, ਪ੍ਰਮਾਤਮਾ ਦੇ ਦਰਸ਼ਨਾਂ ਦੇ ਪਿਆਰ 'ਚ ਜੁੜ ਗਏ, ਉਹਨਾਂ ਨੂੰ ਇਹ ਤੁਖਾਰ ਮਾਇਆ ਦੀ ਠੰਡ ਲੱਗਦੀ ਨਹੀਂ ਹੈ, ਵਿਆਪਦੀ ਨਹੀਂ ਹੈ। ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ, ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਹੀ ਆਸਰਾ ਬਣਾਏ, ਕਿਰਤ ਕਰਦੇ ਨੇ, ਦੁਨੀਆ 'ਚ ਰਹਿੰਦੇ ਨੇ। ਜ਼ਿਆਦਾਤਰ ਅਸੀਂ ਕਹਿੰਦੇ ਹਾਂ ਦੇਖੋ ਜੀ ਜੇ ਬੇਈਮਾਨੀ ਨਾ ਕਰੀਏ ਤੇ ਰੋਟੀ ਕਿੱਥੋਂ ਖਾਵਾਂਗੇ? ਮਨੁੱਖ ਹਾਲਾਂਕਿ ਇਹ ਪੰਛੀ ਬੇਈਮਾਨੀ ਨਹੀਂ ਕਰਦੇ, ਪਸ਼ੂ ਬੇਈਮਾਨੀ ਨਹੀਂ ਕਰਦੇ। ਅੱਜ ਤੱਕ ਕੋਈ ਪੰਛੀ, ਪਸ਼ੂ ਜਾਂ ਉਹਨਾਂ ਦੇ ਬੱਚੇ ਭੁੱਖੇ ਨਹੀਂ ਮਰੇ। ਕਦੀ ਭੁੱਖੇ ਮਰਦੇ ਦੇਖੇ ਤੁਸੀਂ ਕਿ ਆਹ ਬੱਚੇ ਮਰ ਗਏ ਨੇ ਭੁੱਖੇ ਇਹਨਾਂ ਦੇ? ਮਨੁੱਖ ਹੈ ਜਿਹੜਾ ਕਹਿੰਦਾ ਜੀ ਬੇਈਮਾਨੀ ਨਾ ਕਰੀਏ ਤੇ ਪਰਿਵਾਰ ਕਿਵੇਂ ਪਾਲਣਾ? ਹਾਲਾਂਕਿ ਪਰਿਵਾਰ ਉਹਨਾਂ ਦੇ ਵੀ ਪਲ ਜਾਂਦੇ ਨੇ ਜਿਨ੍ਹਾਂ ਦੇ ਕੋਈ ਵੱਡੇ ਕਾਰੋਬਾਰ ਨਹੀਂ, ਸਗੋਂ ਉਹਨਾਂ ਦੇ ਤੇ ਬੱਚੇ ਬਹੁਤ ਜ਼ਿਆਦਾ ਹੀ ਨੇ, ਤੁਰੇ ਫਿਰਦੇ ਤੰਦਰੁਸਤ ਨੇ। ਉਹ ਸਗੋਂ ਜ਼ਿਆਦਾ ਤੰਦਰੁਸਤ ਨੇ ਜਿਨ੍ਹਾਂ ਕੋਲ ਬਹੁਤੀ ਪ੍ਰਾਪਰਟੀ ਨਹੀਂ ਹੈ। ਜਿਹੜੇ ਸੜਕਾਂ ਤੇ ਬੈਠੇ ਉਹ ਤੇ ਵੀ ਤੰਦਰੁਸਤ ਤੁਰੇ ਫਿਰਦੇ ਨੇ। ਲੇਕਿਨ ਗੁਰਮਤ ਨੇ ਸਾਨੂੰ ਇਹ ਨਹੀਂ ਕਿਹਾ ਸੜਕਾਂ ਤੇ ਬੈਠੀਏ। ਗੁਰਮਤ ਕਹਿੰਦੀ ਕਿਰਤ ਕਰੀਏ, ਪਰ ਕਿਰਤ ਕਰਦਿਆਂ ਓਟ ਗੋਬਿੰਦ ਗੋਪਾਲ ਰਾਏ, ਭਰੋਸਾ ਪ੍ਰਮਾਤਮਾ ਤੇ ਰੱਖੀਏ ਕਿ ਰੋਟੀ ਉਹਨੇ ਦੇਣੀ। ਕਿਰਤ ਕਰਨਾ ਸਾਡੀ ਡਿਊਟੀ ਹੈ, ਕਿਰਤ ਕਰਨਾ ਸਾਡੀ ਡਿਊਟੀ ਹੈ, ਸਾਡਾ ਹੱਕ ਹੈ। ਕਿਰਤ ਕਰਨੀ ਹਰ ਇਨਸਾਨ ਨੂੰ ਚਾਹੀਦੀ ਹੈ। ਪਰ ਕਿਰਤ ਕਰਦਿਆਂ ਓਟ ਗੋਬਿੰਦ, ਉਹ ਪ੍ਰਮਾਤਮਾ ਦਾ ਜੋ ਧਰਤੀ ਦਾ ਮਾਲਕ ਹੈ। ਗੋਬਿੰਦ ਮੈਣਾ ਧਰਤੀ ਦਾ ਮਾਲਕ, ਗੋਪਾਲ ਮੈਣਾ ਧਰਤੀ ਨੂੰ ਪਾਲਣ ਵਾਲਾ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹੀ ਆਪਣਾ ਆਸਰਾ ਬਣਾਇਆ ਕਿ ਉਹੀ ਸਾਨੂੰ ਰਿਜ਼ਕ ਦੇਣ ਵਾਲਾ ਹੈ, ਉਹਨਾਂ ਨੂੰ ਮਾਇਆ ਨਹੀਂ ਵਿਆਪਦੀ। ਉਹ ਮਾਇਆ ਵਿੱਚ ਰਹਿ ਕੇ ਵੀ ਨਰਲੇ ਰਹਿੰਦੇ ਨੇ। ਸੇਵਾ ਸੁਆਮੀ ਲਾਹ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਪ੍ਰਮਾਤਮਾ ਦੀ ਸੇਵਾ ਨੂੰ ਹੀ ਸਭ ਤੋਂ ਵੱਡਾ ਲਾਹਾ ਗਿਣੇ ਹੈ। ਹੁਣ ਪ੍ਰਮਾਤਮਾ ਦੀ ਸੇਵਾ ਕੀ ਹੈ? ਪ੍ਰਮਾਤਮਾ ਦੀ ਸੇਵਾ ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਰੱਬ ਨੂੰ ਚੇਤੇ ਰੱਖਣਾ ਪ੍ਰਮਾਤਮਾ ਦੀ ਸੇਵਾ ਹੈ। ਪ੍ਰਮਾਤਮਾ ਦੀ ਸੇਵਾ ਕੀ ਹੈ? ਰੱਬ ਦੀ ਬਣਾਈ ਮਾਨਵਤਾ ਦੀ ਸੇਵਾ ਹੀ ਪ੍ਰਮਾਤਮਾ ਦੀ ਸੇਵਾ ਹੈ। ਗੁਰਬਾਣੀ ਕਹਿੰਦੀ ਜੇ ਤੁਸੀਂ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ ਚਾਹੁੰਦੇ ਹੋ, ਫਿਰ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁਡਾਈਐ। ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਪੜ੍ਹ ਕੇ ਦੇਖੋ, ਕਿਤੇ ਨਹੀਂ ਕਿਹਾ ਕਿ ਜੰਗਲ 'ਚ ਬੈਠੋਗੇ ਰੱਬ ਨੂੰ ਪ੍ਰਵਾਨ ਹੋ ਜਾਓਗੇ, ਇਕੱਲੇ ਮਾਲਾ ਫੇਰੀ ਜਾਓਗੇ ਰੱਬ ਨੂੰ ਪ੍ਰਵਾਨ ਹੋਗੇ, ਇਕੱਲੇ ਤੁਸੀਂ ਧਰਮ ਗ੍ਰੰਥ ਪੜ੍ਹੀ ਜਾਓਗੇ ਰੱਬ ਨੂੰ ਪ੍ਰਵਾਨ ਹੋ ਜਾਓ, ਕਿਤੇ ਨਹੀਂ ਲਿਖਿਆ। ਲਿਖਿਆ ਸੇਵਾ ਕਰੀਏ ਆਪਾਂ, ਮਨੁੱਖਤਾ ਦੀ ਸੇਵਾ। ਓਟ ਗੋਬਿੰਦ ਗੋਪਾਲ ਰੇ ਸੇਵਾ ਸੁਆਮੀ ਲਾਹ। ਫਿਰ ਸਾਹਿਬ ਕਹਿੰਦੇ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਸਰਾ ਬਣਾਇਆ, ਉਹ ਜਿਸ ਪ੍ਰਮਾਤਮਾ ਤੋਂ ਪੈਦਾ ਹੋਏ ਉਹਦੇ ਵਿੱਚ ਹੀ ਲਿਵਲੀਨ ਹੋ ਜਾਂਦੇ ਨੇ, ਉਹਦੇ ਵਿੱਚ ਅਪੇਰ ਹੋ ਜਾਂਦੇ ਨੇ। ਉਹਨਾਂ ਦੀ ਪਿਆਰ ਜਿਹੜਾ ਸੱਚਾ ਹੁੰਦਾ ਹੈ, ਪ੍ਰਮਾਤਮਾ ਸਮਾ ਜਾਂਦੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਮਾਇਆ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਜ਼ਿੰਦਗੀ 'ਚ ਪ੍ਰਮਾਤਮਾ ਦਾ ਆਸਰਾ ਲਈਏ, ਪ੍ਰਮਾਤਮਾ ਦੇ ਗੁਣ ਗਾਈਏ, ਪ੍ਰਮਾਤਮਾ ਦੇ ਭਰੋਸੇ 'ਚ ਰਹੀਏ, ਉਹਦੀ ਸੇਵਾ ਨੂੰ ਹੀ ਆਪਣੀ ਜ਼ਿੰਦਗੀ ਦਾ ਲਾਹਾ ਗਿਣੀਏ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਖੀਰ ਤੇ ਇਹ ਗੱਲ ਕਹੀ ਹੈ ਕਿ ਮੈਂ ਉਸ ਪ੍ਰਮਾਤਮਾ ਤੋਂ ਕੁਰਬਾਨ ਜਾਂਦਾ ਹਾਂ। ਉਹ ਪ੍ਰਮਾਤਮਾ ਜਿਹੜਾ ਸੱਜਣ ਅਗਮ ਨਾਨਕ ਤਿਸ ਬਲਿਹਾਰ ਨੇ, ਉਹ ਪ੍ਰਮਾਤਮਾ ਤੋਂ ਮੈਂ ਬਲਿਹਾਰ ਜਾਂਦਾ, ਹਰ ਸੱਜਣ ਅਗਮ ਅਗਾਹ, ਜਿਹੜਾ ਸਾਰਿਆਂ ਦਾ ਸੱਜਣ ਹੈ, ਮਿੱਤਰ ਹੈ, ਜਿਸ ਨੂੰ ਪ੍ਰਮਾਤਮਾ ਆਪਣੇ ਚਰਨਾਂ ਨਾਲ ਜੋੜ ਲੇ, ਜੋ ਹਰ ਕੰਤ ਮਿਲਾਈ ਐਸੇ ਵਿਛੜ ਕਤੇ ਨਾ ਜਾਏ। ਜੇ ਮਨੁੱਖ ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਪ੍ਰਮਾਤਮਾ ਦੀ ਇਹ ਵਡਿਆਈ ਕਿ ਪ੍ਰਮਾਤਮਾ ਵੀ ਮਨੁੱਖਾਂ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਹੈ, ਇਹ ਉਹਦੀ ਖੂਬੀ ਹੈ। ਉਹ ਚਾਹੁੰਦਾ ਹਰ ਬੰਦਾ ਉਹਦੇ 'ਚ ਲਿਵਲੀਨ ਹੋਏ। ਜਿਵੇਂ ਮਾਂ ਪਿਓ ਦੀ ਇਹ ਰੀਝ ਹੁੰਦੀ ਸਾਰੇ ਬੱਚੇ ਕਾਮਯਾਬ ਹੋਣ, ਇੱਕ ਅਧਿਆਪਕ ਦੀ ਰੀਝ ਹੁੰਦੀ ਸਾਰੇ ਹੀ ਉਹਦੇ ਵਿਦਿਆਰਥੀ ਕਾਮਯਾਬ ਹੋ ਜਾਣ, ਇੱਕ ਕਿਸਾਨ ਦੀ ਰੀਝ ਹੁੰਦੀ ਕਿ ਸਾਰੀ ਖੇਤੀ ਉਹਦੀ ਵਧੀਆ ਹੋਏ। ਕਦੀ ਇਹ ਹੋਇਆ ਅਧਿਆਪਕ ਕੇ ਅੱਧੇ ਬੱਚੇ ਫੇਲ ਹੋ ਜਾਣ, ਅੱਧੇ ਪਾਸ ਹੋਣ, ਅੱਧੇ ਰੋਗੀ ਹੋ ਜਾਣ ਜਾਂ ਅੱਧੇ ਠੀਕ ਨਾ ਰਹਿਣ? ਇਹ ਕਦੀ ਨਹੀਂ ਹੁੰਦਾ। ਪਰਮਾਤਮਾ ਚਾਹੁੰਦਾ ਕਿ ਸਾਰੀ ਦੁਨੀਆ ਹੀ ਉਹਦੇ ਵਿੱਚ ਲਿਵਲੀਨ ਹੋ ਜਾਏ, ਉਹਦੇ ਵਰਗੀ ਬਣ ਜਾਏ, ਔਰ ਜ਼ਿੰਦਗੀ ਦਾ ਮਕਸਦ ਵੀ ਉਹਦੇ ਵਰਗੇ ਬਣਨਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹ ਪਰਮਾਤਮਾ ਦੀ ਇਹ ਵਡਿਆਈ ਹੈ ਜੋ ਹਰ ਕੰਤ ਮਿਲਾਈ ਐਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਉਹ ਪਰਮਾਤਮਾ ਕਦੀ ਵਿਛੋੜਦਾ ਨਹੀਂ ਆਪਣੇ ਨਾਲੋਂ, ਕਦੀ ਆਪਣੇ ਤੋਂ ਦੂਰ ਨਹੀਂ ਕਰਦਾ। ਸ਼ਰਮ ਪਈ ਨਾਰਾਇਣ ਨਾਨਕ ਦਰ ਪਿਆ। ਸਾਹਿਬ ਕਹਿੰਦੇ ਪਰਮਾਤਮਾ ਦੀ ਇਹ ਵਡਿਆਈ ਹੈ ਕਿ ਇੱਕ ਵਾਰੀ ਤੁਸੀਂ ਪਰਮਾਤਮਾ ਦੇ ਦਰ ਤੇ ਡਿੱਗ ਪਾਓਗੇ ਨਾ, ਉਹਦਾ ਆਸਰਾ ਲੈ ਲਓਗੇ, ਤੈਨੂੰ ਆਪ ਹੀ ਲਾਜ ਆਉਣੀ ਹੈ। ਉਹ ਆਪਣੇ ਆਪ ਤੁਹਾਨੂੰ ਆਪਣੇ ਚ ਲਿਵਲੀਨ ਕਰ ਲਏਗਾ। ਤੇ ਸਤਿਗੁਰੂ ਜੀ ਨੇ ਅਖੀਰ ਤੇ ਕਿਹਾ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ। ਜਿਸ ਮਨੁੱਖ ਤੇ ਉਸ ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ, ਜਿਹੜਾ ਸਾਰਿਆਂ ਦਾ ਹੀ ਸੱਜਣ, ਹਰ ਸੱਜਣ ਜੋ ਸਾਰਿਆਂ ਦਾ ਸੱਜਣ ਹੈ, ਜੋ ਅਗਮ ਅਗਾਧ ਹੈ, ਜਿਸ ਤੇ ਉਹ ਪ੍ਰਸੰਨ ਹੋ ਜਾਂਦਾ ਹੈ, ਉਹ ਪੋਖ ਸੁਹੰਦਾ, ਉਹਦੀ ਜ਼ਿੰਦਗੀ ਸੁਹਾਵਣੀ ਹੋ ਜਾਂਦੀ ਹੈ। ਸਤਿਗੁਰੂ ਜੀ ਨੇ ਜ਼ਿੰਦਗੀ ਨੂੰ ਕਿਤੇ ਪੋਹ ਦੇ ਮਹੀਨੇ ਨਾਲ ਤੁਲਨਾ ਦਿੱਤੀ, ਕਿਤੇ ਹਾੜ ਦੇ ਮਹੀਨੇ ਨਾਲ, ਕਿਤੇ ਹੋਰ ਅਨੇਕਾਂ ਬਿੰਬ ਵਰਤ ਕੇ ਸਮਝਾਇਆ ਹੈ। ਸਾਹਿਬ ਕਹਿੰਦੇ ਉਸ ਮਨੁੱਖ ਦੀ ਜ਼ਿੰਦਗੀ ਸੁਹਾਵਣੀ ਹੋ ਜਾਂਦੀ ਹੈ, ਉਹਨੂੰ ਸਰਬ ਸੁੱਖ ਮਿਲ ਜਾਂਦੇ ਨੇ, ਜਿਹਦੇ ਤੇ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ। ਤੇ ਪ੍ਰਮਾਤਮਾ ਦੀ ਪ੍ਰਸੰਨਤਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਮਾਇਆ ਤੋਂ ਉੱਚੇ ਉੱਠੀਏ। ਮਾਇਆ ਦਾ ਸੁਭਾਵ ਹੈ ਕਿ ਉਹਨੇ ਅਸਰ ਪਾਉਣਾ ਹੀ ਪਾਉਣਾ। ਇਸ ਮਾਇਆ ਤੋਂ ਬਚਣ ਦੇ ਲਈ ਸਾਨੂੰ ਗੁਰਬਾਣੀ ਦਿੱਤੀ ਹੈ। ਸਮੁੰਦਰ 'ਚ ਕੋਈ ਬੰਦਾ ਜਾਏ ਤੇ ਉਹਦੀਆਂ ਲਹਿਰਾਂ ਨੇ ਉਹਨੂੰ ਡੋਬਣਾ ਹੀ ਡੋਬਣਾ, ਉਹਦੇ ਪਾਣੀ 'ਚ ਉਹਨੇ ਭਿੱਜਣਾ ਹੀ ਭਿੱਜਣਾ। ਪਰ ਸਤਿਗੁਰੂ ਜੀ ਨੇ ਸਾਨੂੰ ਇੱਕ ਜੁਗ ਦੱਸੀ, ਜਿਵੇਂ ਮੁਰਗਾਬੀ ਪਾਣੀ 'ਚ ਰਹਿੰਦੀ ਹੈ, ਜਿਵੇਂ ਕਮਲ ਪਾਣੀ 'ਚ ਰਹਿੰਦਾ ਹੈ। ਸਾਹਿਬ ਕਹਿੰਦੇ ਜਦੋਂ ਪਰਮਾਤਮਾ ਦੇ ਪਿਆਰ ਜੁੜ ਗਏ, ਫਿਰ ਇਹ ਵਿਖਿਆ ਪੋ ਨਾ ਸਕੇ, ਮਿਲ ਸਾਧੂ ਗੁਣ ਗਾਹੋ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਅੱਜ ਦੀ ਇਸ ਪਵਿੱਤਰ ਪੌੜੀ ਦੇ ਰਾਹੀਂ ਉਸ ਪ੍ਰਮਾਤਮਾ ਦੀ ਵਡਿਆਈ ਦੱਸ ਕੇ ਕਿ ਸਾਰਿਆਂ ਦਾ ਸੱਜਣ ਹੈ, ਬੜਾ ਅਗਮ ਅਗਾਧ ਹੈ, ਦਾਰਿਆਂ ਦੀ ਲਾਜ ਰੱਖਦਾ ਹੈ। ਜਦੋਂ ਅਸੀਂ ਉਹਦੇ ਪਿਆਰ ਜੁੜ ਜਾਵਾਂਗੇ, ਫਿਰ ਇਹ ਮਾਇਆ ਵਿਆਪੇਗੀ ਨਹੀਂ। ਮਾਇਆ ਗੁਜਰਾਨ ਹੈ, ਮਾਇਆ ਤੋਂ ਬਿਨਾਂ ਜ਼ਿੰਦਗੀ ਬਤੀਤ ਨਹੀਂ ਹੋਣੀ। ਮਾਇਆ ਨੂੰ ਇੱਕ ਥਾਂ ਤੇ ਨਾਗਣੀ ਕਿਹਾ ਸਤਿਗੁਰੂ ਜੀ ਨੇ। ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸकी ਸੇਵਾ ਜੋ ਕਰੇ ਤਿਸੀ ਕੋ ਫਿਰ ਖਾਏ। ਗੁਰਮੁਖ ਕੋਈ ਗਾਰੜੂ ਤਿਨ ਦਲਮਲ ਲਾਈ ਪਾਏ। ਮਾਇਆ ਨਾਗਣੀ ਹੈ, ਨਾਗਣੀ ਸਪਣੀ ਹਰ ਕਿਸੇ ਨੂੰ ਡੰਗ ਮਾਰਦੀ ਹੈ, ਬੜੀ ਖਤਰਨਾਕ ਹੈ। ਲੇਕਿਨ ਜਿਹੜੇ ਜੋਗੀ ਲੋਕ ਨੇ, ਸਪੇਰੇ ਲੋਕ ਨੇ, ਉਹ ਗਲ 'ਚ ਪਾਈ ਫਿਰਦੇ ਨੇ, ਉਹ ਪਟਾਰੀ 'ਚ ਲਈ ਫਿਰਦੇ, ਉਹਨਾਂ ਦੀ ਰੋਜੀ ਰੋਟੀ ਬਣ ਜਾਂਦੀ ਹੈ। ਬਿਲਕੁਲ ਜੇ ਅਸੀਂ ਪਰਮਾਤਮਾ ਨਾਲੋਂ ਟੁੱਟਾਂਗੇ, ਮਾਇਆ ਡੰਗ ਮਾਰੇਗੀ ਮਾਰੇਗੀ, ਉਹਦਾ ਸੁਭਾਅ ਹੈ। ਪਰ ਜਦੋਂ ਪਰਮਾਤਮਾ ਦੇ ਪਿਆਰ ਜੁੜ ਕੇ ਅਸੀਂ ਕਿਰਤ ਵੀ ਕਰਾਂਗੇ, ਮਨੁੱਖਤਾ ਦੀ ਸੇਵਾ ਵੀ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਨੇ ਜ਼ਿੰਦਗੀ ਨੂੰ ਸਫਲ ਬਣਾਉਣ ਦੇ ਜੋ 3 ਮੁੱਖ ਸਿਧਾਂਤ ਸਾਨੂੰ ਦਿੱਤੇ ਨੇ, ਜਿਨ੍ਹਾਂ ਦੀ ਵਿਆਖਿਆ ਸਮੁੱਚੀ ਗੁਰਬਾਣੀ 'ਚ ਹੈ। ਉਹ ਪਹਿਲਾ ਸਿਧਾਂਤ ਹੈ ਕਿ ਕਿਰਤ ਕਰੋ, ਦੂਜਾ ਸਿਧਾਂਤ ਹੈ ਕਿ ਨਾਮ ਜਪੋ, ਤੀਜਾ ਸਿਧਾਂਤ ਹੈ ਵੰਡ ਕੇ ਛਕੋ। ਜਿਹੜਾ ਕਿਰਤ ਵੀ ਕਰਦਾ ਹੈ, ਨਾਮ ਵੀ ਜਪਦਾ ਹੈ, ਵੰਡ ਕੇ ਵੀ ਛਕਦਾ ਹੈ, ਉਹਦੇ ਤੇ ਮਾਇਆ ਕਦੀ ਵਿਆਪ ਹੀ ਨਹੀਂ ਸਕਦੀ। ਮਾਇਆ 'ਚ ਰਹਿੰਦਾ ਹੀ ਉਹ ਐਵੇਂ ਰਹਿੰਦਾ ਜੇ ਕਮਲ ਰਹੇ ਵਿੱਚ ਪਾਣੀ ਰਹੇ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਬਚਨ ਸਾਡੇ ਹਿਰਦੇ 'ਚ ਵਸਣ। ਆਉਣ ਵਾਲਾ ਸਮਾਂ ਸਾਰਿਆਂ ਲਈ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ। ਇਹ ਦਿਨ ਜਿਹੜੇ ਆਰੰਭ ਹੋਏ ਨੇ ਸਿੱਖ ਪੰਥ ਦੇ ਲਈ ਬੜੇ ਮਹੱਤਵਪੂਰਨ ਦਿਨ ਨੇ, ਮਹਾਨ ਨੇ। ਇਤਿਹਾਸਕ ਤੌਰ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜ਼ਿੰਦਗੀ ਨਾਲ ਇਹ ਮਹੀਨਾ ਬਹੁਤ ਵੱਡਾ ਸੰਬੰਧ ਰੱਖਦਾ ਹੈ। ਸਮੇਂ ਸਮੇਂ ਤੇ ਗੁਰੂ ਇਤਿਹਾਸ ਨੂੰ ਆਪਾਂ ਦੁਹਰਾਵਾਂਗੇ, ਚੇਤੇ ਕਰਾਂਗੇ ਗੁਰੂ ਕੀਆਂ ਗਾਥਾਵਾਂ ਨੂੰ। ਜੋ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰਦੇ ਹੋ, ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੀਵਨ ਇਤਿਹਾਸ ਵਿੱਚੋਂ ਕਥਾ ਚੱਲ ਰਹੀ ਹੈ। ਵਾਰਤਾ ਆਪ ਜੀ ਨੇ ਸੁਣੀ ਹੈ ਕਿ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਗੁਰਤਾ ਗੱਦੀ ਦੀ ਵਡਿਆਈ ਦੇ ਕੇ ਆਪ ਜੋਤੀ ਜੋ ਸਮਾ ਗਏ ਨੇ। ਉਹਨਾਂ ਦੇ ਅੰਤਮ ਸੰਸਕਾਰ ਤੋਂ ਬਾਅਦ, ਸਾਰੇ ਕਾਰਜਕਰਮ ਤੋਂ ਬਾਅਦ ਗੁਰੂ ਕੀਆਂ ਸੰਗਤਾਂ ਆਪੋ ਆਪਣੇ ਨਗਰਾਂ ਨੂੰ ਤੁਰ ਪਈਆਂ। ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਇਕਾਂਤ ਵਿੱਚ ਵੈਰਾਗ ਵਿੱਚ ਬੈਠੇ ਨੇ।
ਜਿਵੇਂ ਗੁਰੂ ਕੀ ਸੰਗਤ ਨੇ ਬੇਨਤੀ ਕਰਕੇ ਉਹਨਾਂ ਨੂੰ ਪ੍ਰਗਟ ਕੀਤਾ ਹੈ, ਜਿਵੇਂ ਉਹ ਗੁਰੂ ਕੀ ਸੰਗਤਾਂ ਨਾਲ ਮਿਲਦੇ ਨੇ, ਸੰਗਤਾਂ ਦੀਦਾਰ ਕਰਦੀਆਂ ਨੇ, ਇਹ ਵਾਰਤਾ ਆਪਾਂ ਨੇ ਸਰਵਣ ਕਰਨੀ ਹੈ ਜੀ। ਆਓ ਮਿਲ ਕੇ ਗੁਰੂ ਕੀ ਇਹ ਗਾਥਾ ਸਰਵਣ ਕਰੀਏ, ਗੁਰੂ ਪਿਆਰ 'ਚ ਜੁੜਦੇ ਹਾਂ, ਮੁਖ ਤੋਂ ਉਚਾਰਨ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿੰਘਾਸਨ ਪਰ ਸੰਤੋਖ ਪਰ ਛਤੇ ਛਤਰ ਅਬਿਰਾਮ। ਭਾਈ ਸੰਤੋਖ ਸਿੰਘ ਜੀ ਗੁਰੂ ਕੀ ਕੀਰਤੀ ਕਰਦਿਆਂ ਕਹਿੰਦੇ ਨੇ, ਜਦ ਗੁਰੂ ਰਾਮਦਾਸ ਜੀ ਮਹਾਰਾਜ ਬਾਹਰ ਆ ਕੇ ਸਿੰਘਾਸਨ ਤੇ ਬੈਠਦੇ ਨੇ, ਉਹਨਾਂ ਦੀ ਮਹਿਮਾ 'ਚ ਕਹਿੰਦੇ ਕਿ ਗੁਰੂ ਰਾਮਦਾਸ ਜੀ ਮਹਾਰਾਜ ਸੰਤੋਖ ਦੇ ਸਿੰਘਾਸਨ ਤੇ ਬੈਠੇ ਨੇ, ਭਾਵ ਉਹਨਾਂ ਦੇ ਅੰਦਰ ਸੰਤੋਖ ਭਰਿਆ ਹੋਇਆ। ਉਹਨਾਂ ਦੇ ਸਿਰ ਤੇ ਜੋ ਛਤਰ ਝੁੱਲ ਰਿਹਾ ਚੰਦੋਵਾ, ਉਹ ਸੱਚ ਦਾ ਹੈ। ਸਤਿ ਨਾਮ ਝੰਡਾ ਝੁਲਤ ਰਾਜਤ ਸਤ ਗੁਰ ਰਾਮ। ਝੰਡੇ ਆਪਾਂ ਕਹਿੰਦੇ ਝੂਲਦੇ ਨੇ, ਝੰਡੇ ਵਡਿਆਈ ਦੇ ਪ੍ਰਤੀਕ ਹੁੰਦੇ ਨੇ। ਕਿਸੇ ਵੀ ਕੌਮ ਦਾ, ਮੁਲਕ ਦਾ ਝੰਡਾ ਉਹਦੀ ਵਡਿਆਈ ਦਾ ਪ੍ਰਤੀਕ ਹੁੰਦਾ ਹੈ। ਆਮ ਇੱਕ ਕਹਾਵਤ ਹੁੰਦੀ ਕਿ ਤੇਰੇ ਕਿਹੜੇ ਝੰਡੇ ਝੂਲਦੇ ਨੇ। ਸਤਿਗੁਰੂ ਜੀ ਦੀ ਵਡਿਆਈ ਕਰਦੇ ਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਤ ਨਾਮ ਝੰਡਾ ਝੁਲਤ ਰਾਜਤ ਸਤਿਗੁਰ ਰਾਮ। ਗੁਰੂ ਸਾਹਿਬ ਜੀ ਦੇ, ਵਾਹਿਗੁਰੂ ਜੀ ਦੇ ਪਿਆਰ 'ਚ ਜੋ ਜੁੜੇ ਨੇ, ਉਹ ਵਾਹਿਗੁਰੂ ਜੀ ਦੇ ਨਾਮ ਦਾ ਝੰਡਾ ਝੁੱਲ ਰਿਹਾ ਹੈ। ਦੇਖੋ ਵਾਹਿਗੁਰੂ ਜੀ ਦੇ ਪਿਆਰ ਜੁੜੇ ਦੀ ਕਿੰਨੀ ਵੱਡੀ ਵਡਿਆਈ ਹੁੰਦੀ ਹੈ। ਗੁਰੂ ਸਾਹਿਬ ਜੀ ਦਾ ਬਚਨ ਕਿ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੇ ਪਛਤਾਏ, ਕਾਗਦ ਕਲਮ ਨ ਲਿਖਣ ਹਾਰ, ਮੰਨੇ ਕਾਵੇ ਕਰਨ ਵਿਚਾਰ। ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਇੰਨੀ ਵੱਡੀ ਵਡਿਆਈ ਉਹਨਾਂ ਦੀ ਬਣੀ ਹੈ, ਜੋ ਪਰਮਾਤਮਾ ਦੀ ਵਡਿਆਈ ਹੁੰਦੀ ਹੈ। ਇਵੇਂ ਗੁਰੂ ਸਾਹਿਬ ਜੀ, ਗੁਰੂ ਰਾਮਦਾਸ ਜੀ ਤਖਤ ਤੇ ਬਿਰਾਜਮਾਨ ਹਨ। ਲక్ష్ਮੀ ਭਗਤ ਵਿਸਾਲ ਤੇ ਗਿਆਨ ਮੁਕਟ ਦੁੱਧ ਰਾਤਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦੀ ਭਗਤੀ ਜੁੜੇ ਨੇ। ਲక్ష్ਮੀ ਜਿਹਨੂੰ ਮਾਇਆ ਕਹਿੰਦੇ ਆ, ਉਹ ਤੇ ਉਹਨਾਂ ਦੇ ਚਰਨਾਂ ਦੀ ਦਾਸੀ ਹੈ। ਔਰ ਮੁਕਟ ਦੁੱਤ ਧਾਮ, ਦੁੱਤ ਕਹਿੰਦੇ ਨੇ ਸ਼ੋਭਾ ਨੂੰ, ਕੀਰਤੀ ਨੂੰ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਰ ਤੇ ਕੀਰਤੀ ਦਾ ਮੁਕਟ ਸਜਿਆ ਹੋਇਆ ਹੈ। ਪੂਰਨ ਸਿੱਖ ਸੁਭ ਮਤ ਸਚਿਵ ਰਾਜਤ ਸਤਿਗੁਰ ਧਰਾਮ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਸ਼ੁਭ ਮਤ ਪ੍ਰਦਾਨ ਕਰਦੇ ਨੇ ਸਿੱਖਾਂ ਨੂੰ, ਬੇਅੰਤ ਸਿੱਖ ਉਹਨਾਂ ਦੀ ਹਜ਼ੂਰੀ ਚ ਆਉਂਦੇ ਸ਼ੁਭ ਮਤ ਗ੍ਰਹਿਣ ਕਰਦੇ ਨੇ, ਉਹ ਗੁਰੂ ਰਾਮਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹਨ। ਮੈਤਰੀ ਤ੍ਰਿਤ ਕਰਨਾ ਖਿਮਾ ਮੁਦਤਾ ਆਠੋ ਜਾਮ। ਮੈਤਰੀ ਮੈਨਾ ਮਿੱਤਰ ਭਾਵ ਹੋਣਾ, ਦੂਜਿਆਂ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਆ ਬਹੁਤ ਮਿੱਤਰਤਾ ਦੇ ਨਾਲ ਵਿਹਾਰ ਕਰਨਾ, ਫਰੈਂਡਲੀ ਵਿਹਾਰ ਕਰਨਾ, ਕਿਸੇ ਨਾਲ ਨਫ਼ਰਤ ਨਾ ਕਰਨੀ, ਹਰ ਕਿਸੇ ਦੇ ਨਾਲ ਪਿਆਰ ਕਰਨਾ। ਮੈਤਰੀ ਧਿਰਤ, ਧਿਰਤ ਕਹਿੰਦੇ ਨੇ ਧੀਰਜ ਨੂੰ। ਸਤਿਗੁਰੂ ਜੀ ਮਿੱਤਰ ਭਾਵ ਵਾਲੇ ਨੇ, ਹਰ ਕਿਸੇ ਨੂੰ ਪਿਆਰ ਕਰਨ ਵਾਲੇ। ਉਹਨਾਂ ਦੇ ਅੰਦਰ ਧੀਰਜ ਹੈ। ਕਰੁਣਾ, ਕਰੁਣਾ ਕਹਿੰਦੇ ਨੇ ਤਰਸ ਨੂੰ, ਦੂਜਿਆਂ ਦਾ ਦੁੱਖ ਦੇਖ ਕੇ ਮਨ ਪਸੀਜ ਜਾਣਾ। ਇੱਕ ਤੇ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਦੁਖੀ ਕਰਦੇ ਨੇ, ਉਹ ਤੇ ਪਤਾ ਨਹੀਂ ਕਿਹੋ ਜਿਹੇ ਪੱਥਰ ਦਿਲ ਹੋਣਗੇ, ਬਹੁਤ ਨੇ ਸੰਸਾਰ ਵਿੱਚ। ਲੇਕਿਨ ਇੱਕ ਉਹ ਨੇ ਜਿਨ੍ਹਾਂ ਦੇ ਉੱਪਰ ਕਿਸੇ ਦੁੱਖ ਦਾ ਅਸਰ ਹੀ ਨਹੀਂ ਹੁੰਦਾ, ਦੇਖ ਕੇ ਅਣਡਿੱਠ ਕਰ ਦਿੱਤੇ ਨੇ। ਪਰ ਕੁਝ ਉਹ ਆਤਮਾਵਾਂ ਹੁੰਦੀਆਂ ਨੇ ਜਿਹੜੇ ਦੂਜਿਆਂ ਦਾ ਦੁੱਖ ਸਹਿਣ ਨਹੀਂ ਕਰ ਸਕਦੇ। ਉਹਨਾਂ ਦੇ ਅੰਦਰ ਇੱਕ ਤਰਸ ਦੀ ਭਾਵਨਾ ਹੁੰਦੀ ਹੈ ਦੂਜਿਆਂ ਦੇ ਦੁੱਖ ਦੂਰ ਕਰਨ ਦੇ ਲਈ। ਖਿਮਾ ਦਾ ਅਰਥ ਹੁੰਦਾ ਹੈ ਕਿਸੇ ਦੇ ਔਗੁਣਾਂ ਨੂੰ ਮਾਫ ਕਰ ਦੇਣਾ। ਔਰ ਸਤਿਗੁਰੂ ਜੀ ਦੀ ਮੁਦਤਾ, ਮੁਦਤਾ ਦਾ ਅਰਥ ਹੁੰਦਾ ਹਰ ਵੇਲੇ ਪ੍ਰਸੰਨ ਰਹਿਣਾ। ਆਠੋਂ ਜਾਮ, ਅੱਠੇ ਪੈਰ ਮਿੱਤਰ ਭਾਵ ਵਰਤਣਾ, ਅੱਠੇ ਪੈਰ ਧੀਰਜ ਵਿੱਚ ਰਹਿਣਾ, ਅੱਠੇ ਪੈਰ ਖਿਮਾ ਦੀ ਭਾਵਨਾ ਰੱਖਣੀ, ਦੂਜਿਆਂ ਤੇ ਤਰਸ ਦੀ ਭਾਵਨਾ ਰੱਖਣੀ, ਪ੍ਰਸੰਨ ਰਹਿਣਾ। ਇਸ ਆਸਣ ਤੇ ਗੁਰੂ ਰਾਮਦਾਸ ਜੀ ਮਹਾਰਾਜ ਬਿਰਾਜਮਾਨ ਹਨ। ਸਿਯੰਦਨ ਕੀ ਸੈਨਾ ਸਹਿਤ ਰਾਜਤ ਸਤਿਗੁਰ ਰਾਮ। ਸਿੰਦਨ ਕਹਿੰਦੇ ਨੇ ਰੱਥ ਨੂੰ। ਕਹਿ ਲੋ ਕਿ ਗੁਰੂ ਰਾਮਦਾਸ ਜੀ ਮਹਾਰਾਜ ਬਿਰਾਜਮਾਨ ਨੇ ਜਿਸ ਤਖਤ ਤੇ, ਇਹ ਉਹਨਾਂ ਦੀ ਫੌਜ ਹੈ। ਮਿੱਤਰ ਭਾਵ, ਕਰੁਣਾ ਭਾਵ। ਫੌਜ ਕਾਹਦੇ ਲਈ ਹੁੰਦੀ? ਲੋਕਾਂ ਨੂੰ ਜਿੱਤਣ ਦੇ ਲਈ, ਲੋਕਾਂ ਦੇ ਉੱਪਰ ਜਿੱਤ ਪ੍ਰਾਪਤ ਕਰਨ ਦੇ ਲਈ। ਹੋ ਸਕਦਾ ਹੈ ਦੁਨਿਆਵੀ ਫੌਜਾਂ ਵਾਲੇ ਓਡੀਆਂ ਵੱਡੀਆਂ ਜਿੱਤਾਂ ਨਾ ਪ੍ਰਾਪਤ ਕਰ ਸਕਣ। ਜਿਹੜਾ ਮਨੁੱਖ ਮਨੁੱਖਤਾ ਦੇ ਨਾਲ ਪਿਆਰ ਕਰਦਾ ਹੈ, ਮਨੁੱਖਤਾ ਤੇ ਪਰਉਪਕਾਰ ਕਰਦਾ ਹੈ, ਮਨੁੱਖਤਾ ਤੇ ਤਰਸ ਕਰਦਾ ਹੈ, ਜੋ ਜਿੱਤਾਂ ਉਹ ਪ੍ਰਾਪਤ ਕਰ ਲੈਂਦਾ ਹੈ। ਇਸ ਕਰਕੇ ਗੁਰੂ ਰਾਮਦਾਸ ਜੀ ਅਜਿਹੀ ਫੌਜ ਦੇ ਮਾਲਕ ਨੇ, ਗੁਣਾਂ ਦੇ ਮਾਲਕ ਨੇ, ਉਹ ਬਿਰਾਜਮਾਨ ਹਨ। ਸਾਰਾ ਸਾਰ ਵਿਚਾਰ ਬਰ ਦਿੜ ਵਿਰਾਗ ਅਬਿਰਾਮ। ਸਾਰਾ ਸਾਰ ਦਾ ਅਰਥ ਹੁੰਦਾ ਹੈ ਜਿਹਨੂੰ ਕਹਿੰਦੇ ਆ ਸੱਚ ਝੂਠ ਨੂੰ ਪਛਾਣ ਲੈਣਾ, ਸਤ ਅਸਤ ਨੂੰ ਜਾਣ ਲੈਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਸੱਚ ਝੂਠ ਦਾ ਨਿਬੇੜਾ ਕਰਨ ਵਾਲੇ, ਤੱਤ ਨੂੰ ਜਾਣਨ ਵਾਲੇ, ਔਰ ਉਹਨਾਂ ਦੇ ਅੰਦਰ ਡਿੜ ਵਿਰਾਗ ਅਵਿਰਾਮ, ਹਰ ਵੇਲੇ ਵੈਰਾਗ। ਦੇਖੋ ਇੱਕ ਵੈਰਾਗ ਉਹ ਹੈ ਆਪਣੇ ਮੁਲਕ ਅੰਦਰ ਇੱਕ ਵੈਰਾਗੀਆਂ ਦਾ ਪੰਥ ਹੈ। ਜਿਵੇਂ ਜੋਗੀਆਂ ਦਾ ਪੰਥ ਹੈ, ਸੰਨਿਆਸੀਆਂ ਦਾ ਪੰਥ ਹੈ, ਇੱਕ ਵੈਰਾਗੀਆਂ ਦਾ ਪੰਥ ਹੈ। ਹਰ ਮਤ ਦੇ ਆਪਣੇ ਆਪਣੇ ਸਿਧਾਂਤ ਨੇ। ਵੈਰਾਗੀ ਲੋਕ ਕੰਠੀ ਪਹਿਨਦੇ ਨੇ, ਘਰ-ਬਾਰ ਛੱਡ ਕੇ ਬਾਹਰ ਤੁਰੇ ਫਿਰਦੇ, ਸੰਨਿਆਸੀ ਵੀ ਬਾਹਰ ਤੁਰੇ ਫਿਰਦੇ ਨੇ। ਪਰ ਗੁਰਮਤਿ ਨੇ ਸਾਨੂੰ ਇਹੋ ਜਿਹਾ ਕੋਈ ਵੈਰਾਗ ਨਹੀਂ ਦਿੱਤਾ।
ਵੈਰਾਗ ਦਾ ਅਰਥ ਹੁੰਦਾ ਹੈ ਪਿਆਰ ਨਾ ਹੋਣਾ। ਇੱਥੇ ਵੈਰਾਗ ਦਾ ਅਰਥ ਹੈ ਕਿ ਦੁਨੀਆ ਦੀ ਮੋਹ ਮਾਇਆ ਨਾਲ ਪਿਆਰ ਨਾ ਹੋਣਾ, ਦੁਨੀਆ 'ਚ ਰਹਿੰਦਿਆਂ ਹੋਇਆਂ ਮੋਹ ਨਾ ਹੋਣਾ, ਦੁਨੀਆ 'ਚ ਰਹਿੰਦਿਆਂ ਹੋਇਆਂ ਮਮਤਾ ਨਾ ਹੋਣੀ, ਪਕੜ ਨਾ ਹੋਣੀ। ਗੁਰਮਤਿ ਨੇ ਕਿਤੇ ਨਹੀਂ ਕਿਹਾ ਘਰ ਤਿਆਗੋ, ਗੁਰਬਾਣੀ ਕਹਿੰਦੀ ਤਿਆਗਣਾ ਤੇ ਮਾਇਆ ਦੀ ਮਮਤਾ ਤਿਆਗ ਦਿਓ। ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ, ਕਹੋ ਨਾਨਕ ਸੁੰਦਰੇ ਮਨਾ ਤੇ ਘਟ ਬ੍ਰਹਮ ਨਿਵਾਸ। ਜਿਹਨੇ ਮਾਇਆ ਦੀ ਮਮਤਾ, ਹੰਕਾਰ, ਕਾਮ, ਕ੍ਰੋਧ ਤੋਂ ਉੱਚੇ ਉੱਠ ਗਿਆ, ਈਰਖਾ ਤੋਂ ਬਚ ਗਿਆ। ਸਤਿਗੁਰੂ ਸਾਹਿਬ ਜੀ ਕਹਿੰਦੇ ਅਜਿਹੇ ਨੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ। ਜੋਗ ਧਰਮ ਗਜ ਚਮੂਏ ਰਾਜਤ ਸਤਿਗੁਰ ਰਾਮ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਜੋਗ ਦਾ ਅਰਥ ਹੁੰਦਾ ਹੈ ਵਾਹਿਗੁਰੂ ਜੀ ਦੇ ਪਿਆਰ 'ਚ ਜੁੜੇ ਰਹਿਣਾ। ਆਪਣੇ ਮੁਲਕ ਅੰਦਰ ਇੱਕ ਜੋਗੀਆਂ ਦਾ ਪੰਥ ਵੀ ਹੈ, ਜਿਹੜੇ ਕੰਨਾਂ 'ਚ ਮੁੰਦਰਾਂ ਪਾ ਲੈਂਦੇ ਨੇ, ਜੜਾਵਾਂ ਕੇ ਵਧਾ ਲੈਂਦੇ, ਕਿ ਸਿਰ ਮੂੰਹ ਮਨਾ ਲੈਂਦੇ ਨੇ, ਔਰ ਬਾਹਰ ਫਿਰਨਾ, ਮੰਗ ਕੇ ਰੋਟੀ ਖਾਣੀ, ਜੰਗਲਾਂ 'ਚ ਬੈਠਣਾ, ਤਪ ਕਰਨਾ, ਹੱਠ ਕਰਨਾ, ਸਰੀਰ ਦੇ ਲਈ ਯੋਗ ਸਾਧਨਾ ਕਰਨੀਆਂ, ਇੱਕ ਜੋਗੀਆਂ ਦਾ ਪੰਥ ਵੀ ਆਪਣੇ ਮੁਲਕ ਅੰਦਰ। ਪਰ ਗੁਰਮਤਿ ਨੇ ਸਾਨੂੰ ਜੋ ਯੋਗ ਦਿੱਤਾ ਹੈ ਉਹ ਇਹ ਯੋਗ ਨਹੀਂ, ਘਰ ਛੱਡਣ ਦਾ ਨਹੀਂ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਸਤਿਗੁਰੂ ਜੀ ਨੇ ਯੋਗ ਦਿੱਤੇ ਮੁੰਦਾਂ ਸੰਤੋਖ, ਸ਼ਰਮ ਪਾ ਝੋਲੀ, ਧਿਆਨ ਕੀ ਕरें ਬੇਪੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਸੰਤੋਖ ਦੀਆਂ ਮੁੰਦਰਾਂ ਪਾਉਣੀਆਂ, ਕੰਨ ਪਾੜ ਕੇ ਮੁੰਦਰਾਂ ਨਹੀਂ ਪਾਉਣੀਆਂ। ਗੁਰੂ ਸਾਹਿਬ ਜੀ ਨੇ ਕਿਹਾ ਸੀ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸਮ ਸਰ ਜਾਣੇ, ਜੋਗੀ ਕਹੀਐ ਸੋਈ। ਜੋਗੀ ਤੇ ਉਹ ਹੈ ਜਿਹੜਾ ਸਮੁੱਚੀ ਮਾਨਵਤਾ ਨੂੰ ਸਮ ਦ੍ਰਿਸ਼ਟੀ ਦੇ ਨਾਲ ਦੇਖਦਾ ਹੈ, ਉਹ ਜੋਗੀ। ਜੋਗੀ ਦਾ ਅਰਥ ਹੁੰਦਾ ਜੁੜਿਆ ਹੋਇਆ, ਜੋਗੀ ਦਾ ਅਰਥ ਹੈ ਜੁੜਿਆ। ਜੋਗ ਦਾ ਅਰਥ ਹੁੰਦਾ ਮਿਲਾਪ। ਜਿਹਦਾ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ ਉਹ ਜੋਗੀ ਹੈ। ਕੱਪੜੇ ਪਾਇਆ ਤੇ ਕੋਈ ਜੋਗੀ ਨਹੀਂ ਬਣਦਾ। ਜੋਗ ਨ ਭਗਵੀ ਕੱਪੜੀ, ਜੋਗ ਨ ਮੈਲੇ ਵੇਸ, ਨਾਨਕ ਘਰ ਬੈਠਿਆਂ ਜੋਗ ਪਾਈਏ, ਸਤਿਗੁਰ ਕਹਿ ਉਪਦੇਸ਼। ਧਰਮ ਦਾ ਸੰਬੰਧ ਕੱਪੜਿਆਂ ਨਾਲ ਨਹੀਂ ਹੈ ਕਿ ਮੈਂ ਚਿੱਟੇ ਕੱਪੜੇ ਪਾਏ ਤੇ ਬਹੁਤ ਗਿਆਨੀ ਹੋਵਾਂਗਾ, ਮੈਂ ਭੱਗੇ ਕੱਪੜੇ ਪਾਏ ਤੇ ਬਹੁਤ ਮੈਂ ਤਿਆਗੀ ਹੋਵਾਂਗਾ, ਜਾਂ ਮੈਂ ਕੋਈ ਹੋਰ ਕੱਪੜੇ ਪਾਏ ਨੇ ਤੇ ਮੈਂ ਬਹੁਤ ਵੱਡਾ ਸੰਤ ਹੋਵਾਂਗਾ। ਕੱਪੜਿਆਂ ਨਾਲ ਕੋਈ ਸੰਬੰਧ ਨਹੀਂ ਹੈ। ਧਰਮ ਦਾ ਸੰਬੰਧ ਮਨੁੱਖ ਦੇ ਆਚਾਰ ਨਾਲ ਹੈ, ਵਿਹਾਰ ਨਾਲ ਹੈ, ਕਿਰਦਾਰ ਨਾਲ ਹੈ। ਜੇ ਸਾਡੇ ਅੰਦਰ ਕਿਰਦਾਰ ਪੈਦਾ ਨਹੀਂ ਹੋਇਆ, ਜੇ ਸਾਡੇ ਅੰਦਰ ਮਨੁੱਖਤਾ ਲਈ ਪਿਆਰ ਪੈਦਾ ਨਹੀਂ ਹੋਇਆ, ਮਾਫ ਕਰਨਾ, ਉਹ ਸਿਰਫ ਇੱਕ ਪਖੰਡ ਹੋ ਸਕਦਾ ਹੈ, ਅਡੰਬਰ ਹੋ ਸਕਦਾ ਹੈ। ਆਪਣੇ ਮੁਲਕ ਦੇ ਅੰਦਰ ਬਹੁਤ ਧਾਰਮਿਕ ਪੰਥਾਂ ਦੀ ਚਰਚਾ ਹੈ, ਧਰਮ ਭੇਖ ਦੀ ਚਰਚਾ ਹੈ, ਔਰ ਆਪਾਂ ਦੇਖਦੇ ਹਾਂ ਸਾਡੇ ਮੁਲਕ ਤੇ ਪੂਜੇ ਭੇਖ ਨੂੰ ਜਾਂਦਾ ਹੈ। ਕੋਈ ਬੰਦਾ ਜਿਹੜਾ ਹੈ ਉਹ ਖਾਸ ਕੱਪੜੇ ਪਾ ਕੇ ਆ ਜੇ, ਝੱਟ ਨਜ਼ਰਾਂ ਖਿੱਚੀਆਂ ਜਾਂਦੀਆਂ ਨੇ ਸਾਡੀਆਂ, ਔਰ ਦੁਨੀਆ ਮਗਰ ਮਗਰ ਤੁਰੀ ਫਿਰਦੀ, ਹਾਲਾਂਕਿ ਅੰਦਰ ਭਾਵੇਂ ਬਗਲਾ ਹੀ ਬੈਠਾ ਹੋਵੇ। ਸਤਿਗੁਰੂ ਜੀ ਨੇ ਕਿਹਾ ਸੀ ਸੱਜਣ ਠੱਗ ਨੂੰ ਸੰਬੋਧਨ ਕਰਦਿਆਂ ਕਿ ਸੱਜਣਾ ਉਜਲ ਕੇ ਹਾਂ ਚਿਲਕਣਾ, ਘੋਟਮ ਕਾਲੜੀ ਮੱਸ, ਧੋਤਿਆਂ ਜੂਠ ਨਾ ਉਤਰੇ, ਜੇ ਸੋ ਧੋਵਾਂ ਤਿਸ। ਸੱਜਣਾ ਦੇਖਣ ਨੂੰ ਤੇ ਕਿਹਾ ਬੜਾ ਚਮਕਦਾ, ਪਰ ਉਹਨੂੰ ਰਗੜੋ ਤੇ ਵਿੱਚੋਂ ਕਾਲਖ ਹੀ ਨਿਕਲਦੀ ਹੈ। ਦੇਖਣ ਨੂੰ ਬਗਲਾ ਬੜਾ ਸੋਹਣਾ ਹੁੰਦਾ ਹੈ, ਪਰ ਉਹਦੀ ਬਿਰਤੀ ਬੜੀ ਮਾਰੀ, ਕਦੀ ਹੰਸ ਨਹੀਂ ਬਣ ਸਕਦਾ। ਦੇਖਣ ਨੂੰ ਕੋਈ ਬਿਲਡਿੰਗਾਂ ਬੜੀਆਂ ਸੋਹਣੀਆਂ ਹੁੰਦੀਆਂ ਨੇ, ਪਰ ਅੰਦਰੋਂ ਢੱਠੀਆਂ ਵਰਗੀਆਂ ਹੁੰਦੀਆਂ ਨੇ, ਖਾਲੀ ਉਜਾੜ ਪਈਆਂ ਹੁੰਦੀਆਂ ਨੇ। ਦੇਖਣ ਨੂੰ ਕਈ ਮਨੁੱਖ ਵੀ ਬਾਹਰੋਂ ਦੇਖਣ ਨੂੰ ਬੜੇ ਸੋਹਣੇ ਲੱਗਦੇ ਨੇ, ਧਾਰਮਿਕ ਲੱਗਦੇ ਨੇ, ਪਰ ਅੰਦਰੋਂ ਉਹ ਇਵੇਂ ਕਹਿ ਲਓ ਕਿ ਕੁਸਤ ਨਾਲ, ਦੁਰਮਤ ਨਾਲ ਜੁੜੇ ਹੁੰਦੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭੇਖ ਦਾ ਸੰਬੰਧ ਧਰਮ ਨਾਲ ਨਹੀਂ ਹੈ, ਧਰਮ ਦਾ ਸੰਬੰਧ ਆਚਾਰ ਨਾਲ ਹੈ, ਵਿਹਾਰ ਨਾਲ ਹੈ, ਕਿਰਦਾਰ ਨਾਲ ਹੈ। ਔਰ ਧਰਮ ਗ੍ਰੰਥ ਸਾਡੇ ਅੰਦਰ ਇੱਕ ਕਿਰਦਾਰ ਪੈਦਾ ਕਰਦੇ ਨੇ। ਧਰਮ ਗ੍ਰੰਥ ਪੜ੍ਹਨ ਨਾਲ ਵੀ ਕੋਈ ਧਰਮੀ ਨਹੀਂ ਬਣਦਾ, ਪੜ੍ਹਨਾ ਮੁਬਾਰਕ ਹੈ, ਪੜ੍ਹਨ ਨਾਲ ਹੀ ਸਾਨੂੰ ਪਤਾ ਲੱਗੇਗਾ। ਪਰ ਜੇ ਮੈਂ ਕਹਾਂ ਜੀ ਮੈਂ ਬਹੁਤ ਪਾਠ ਕਰਦਾ ਧਰਮੀ ਹੈ, ਨਹੀਂ, ਧਰਮੀ ਦਾ ਤੇ ਪਤਾ ਤਾਂ ਲੱਗੇਗਾ ਜਦੋਂ ਮੇਰਾ ਵਿਹਾਰ ਵਧੀਆ ਹੋਏਗਾ। ਉਵੇਂ ਮੈਂ ਝੂਠ ਹੀ ਬੋਲੀ ਜਾਵਾਂ, ਮੈਂ ਹੇਰਾ ਫੇਰੀਆਂ ਕਰੀ ਜਾਵਾਂ, ਠੱਗੀਆਂ ਕਰੀ ਜਾਵਾਂ। ਆਪਣੇ ਮੁਲਕ ਦੇ ਅੰਦਰ ਧਰਮ ਦੇ ਨਾਂ 'ਤੇ ਠੱਗਣਾ ਹੈ ਹੀ ਬਹੁਤ ਸੌਖਾ ਹੈ। ਤੁਸੀਂ ਮਾਰਕੀਟ 'ਚ ਨਹੀਂ ਠੱਗੇ ਜਾਓਗੇ, ਸਿਆਣੇ ਹੋ, ਪੜ੍ਹੇ ਲਿਖੇ ਹੋ। ਹੈਰਾਨੀ ਹੁੰਦੀ ਹੈ ਜਦੋਂ ਉਹ ਲੋਕ ਜਿਹੜੇ ਬੜੇ ਪੜ੍ਹੇ ਲਿਖੇ ਨੇ ਮਨਮੱਤਾਂ ਦੇ ਡੇਰੇ 'ਤੇ ਜਾਂਦੇ ਨੇ, ਉਹ ਟੇਕਦੇ ਨੇ ਮੱਥਾ ਉਹਨਾਂ ਪਖੰਡੀ ਲੋਕਾਂ ਨੂੰ ਜਾ ਕੇ। ਪੜ੍ਹੇ ਲਿਖੇ ਲੋਕ, ਅਨਪੜ੍ਹ ਕੋਈ ਜਾਏ ਨਾ ਤੇ ਇੰਨੀ ਹੈਰਾਨੀ ਨਹੀਂ ਹੁੰਦੀ। ਅੱਜ ਅਸੀਂ ਕਹਿੰਦੇ ਐਜੂਕੇਸ਼ਨ ਦਾ ਯੁੱਗ ਹੈ ਜੀ, ਅਸੀਂ ਬੜੇ ਐਜੂਕੇਟ ਹੋ ਗਏ, ਯੂਨੀਵਰਸਿਟੀਆਂ ਨੇ, ਡਿਗਰੀਆਂ ਨੇ। ਜੇ ਐਜੂਕੇਸ਼ਨ ਦਾ ਯੁੱਗ ਹੈ ਤੇ ਇਹਨਾਂ ਪਖੰਡ ਕਿਉਂ ਪਸਰਿਆ ਆਪਣੇ ਮੁਲਕ ਦੇ ਅੰਦਰ? ਜੇ ਅਸੀਂ ਐਜੂਕੇਟ ਹੀ ਹਾਂ ਫਿਰ ਤੇ ਪਖੰਡ ਨਹੀਂ ਚੱਲਣਾ ਚਾਹੀਦਾ। ਪਰ ਜਿੰਨਾ ਪਖੰਡ ਇੱਥੇ ਹੈ ਆਪਣੇ ਮੁਲਕ ਅੰਦਰ ਧਰਮ ਦੇ ਨਾਂ 'ਤੇ, ਜਿੰਨਾ ਗੁੰਮਰਾਹ ਮਾਨਵਤਾ ਨੂੰ ਕੀਤਾ ਜਾ ਰਿਹਾ ਜਾਂ ਮਨੁੱਖ ਹੋ ਰਿਹਾ ਹੈ ਨਾ, ਇਹ ਹੋਰ ਕਿਤੇ ਨਹੀਂ ਹੋਏਗਾ। ਆਪਣੇ ਮੁਲਕ ਅੰਦਰ ਬਹੁਤ ਜ਼ਿਆਦਾ ਹੈ। ਇਹਦਾ ਮਤਲਬ ਕਿ ਜਿੰਨਾ ਧਰਮ ਦੇ ਨਾਂ 'ਤੇ ਪਖੰਡ ਤੇ ਝੂਠ ਚੱਲ ਸਕਦਾ ਉਹ ਚੱਲ ਰਿਹਾ। ਸਾਡੇ ਸਤਿਗੁਰੂ ਜੀ ਨੇ ਬਹੁਤ ਚਿਰ ਪਹਿਲਾਂ ਕਿਹਾ ਸੀ ਕਿ ਭੇਖ ਨਾਲ ਸੰਬੰਧ ਨਹੀਂ ਹੈ, ਰੱਬ ਦੇ ਪਿਆਰ ਜੋੜਨਾ ਤੇ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੈ ਦਾਨ। ਸਾਡੀ ਜੋ ਕਿਰਤ ਹੈ ਨਾ ਦਸਾਂ ਨਵਾਂ ਦੀ, ਇਹ ਬੜੀ ਮਿਹਨਤ ਦੇ ਨਾਲ ਪੈਸਾ ਆਉਂਦਾ,
ਪਰ ਅਸੀਂ ਐਵੇਂ ਦੇਖਾ ਦੇਖੀ ਲੁਟਾਈ ਜਾਈਏ ਪਖੰਡੀਆਂ ਦੇ ਅੱਡਿਆਂ ਤੇ। ਏਡੇ ਏਡੇ ਪਖੰਡ ਦੇ ਅੱਡੇ ਜੇ ਕਾਇਮ ਨੇ ਸਾਡੇ ਮੁਲਕ ਦੇ ਅੰਦਰ ਧਰਮ ਦੇ ਨਾਂ ਤੇ ਉਹ ਲੋਕ ਕੋਈ ਸਿਆਣੇ ਨਹੀਂ ਹੈ ਬਹੁਤੇ। ਅਸੀਂ ਬਹੁਤੇ ਗੁੰਮਰਾਹ ਹੋ ਗਏ ਹਾਂ, ਅਸੀਂ ਬਹੁਤਾ ਪਖੰਡ ਦੇ ਪੁਜਾਰੀ ਬਣ ਗਏ ਹਾਂ। ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਤੇ ਭੇਖ ਦੇ ਪੁਜਾਰੀ ਨਹੀਂ ਬਣਾਇਆ, ਸਾਨੂੰ ਸਤਿਗੁਰੂ ਜੀ ਨੇ ਕਿਤੇ ਪਖੰਡ ਦੇ ਪੁਜਾਰੀ ਨਹੀਂ ਬਣਾਇਆ। ਸਾਨੂੰ ਤੇ ਇੱਕੋ ਗੱਲ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਪੂਜਾ ਕਰਨੀ ਸਿਰਫ ਇੱਕ ਪਰਮਾਤਮਾ ਦੀ ਕਰੋ। ਪਰਮਾਤਮਾ ਦੀ ਪੂਜਾ ਕਿਸੇ ਪੈਸੇ ਨਾਲ ਨਹੀਂ ਹੋਣੀ, ਪਰਮਾਤਮਾ ਦੀ ਪੂਜਾ ਕਿਸੇ ਪਦਾਰਥ ਨਾਲ ਨਹੀਂ ਹੋਣੀ, ਪਰਮਾਤਮਾ ਦੀ ਪੂਜਾ ਕਿਤੇ ਦੁੱਧ ਡੋਲਿਆਂ ਨਹੀਂ ਹੋਣੀ। ਪਰਮਾਤਮਾ ਦੀ ਪੂਜਾ ਕੀ, ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੇ ਪੂਜ ਨਾ ਹੋਏ। ਪਰਮਾਤਮਾ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਤੁਹਾਡੀ। ਅਸੀਂ ਤੇ ਰੱਬ ਕੋਲੋਂ ਮੰਗਦੇ ਹਾਂ, ਰੱਬ ਨੂੰ ਕੀ ਅਸੀਂ ਕੀ ਦੇਣਾ ਜੀ? ਅਸੀਂ ਤੇ ਰੱਬ ਦੇ ਦਰ ਤੇ ਮੰਗਦੇ ਹਾਂ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਹਾਂ, ਪਰਮਾਤਮਾ ਨੇ ਜੇ ਸਾਨੂੰ ਦਾਤਾਂ ਦਿੱਤੀਆਂ ਨੇ, ਉਹਨਾਂ ਦਾਤਾਂ ਦੇ ਰਾਹੀਂ ਮਨੁੱਖਤਾ 'ਚ ਵੰਡ ਕੇ ਛਕਣਾ ਇਹ ਬਹੁਤ ਜ਼ਰੂਰੀ ਹੈ, ਇੱਕ ਚੰਗੀ ਗੱਲ ਹੈ। ਆਪਣੇ ਸਮਾਜ ਨੂੰ ਵਧੀਆ ਬਣਾਉਣ ਦੇ ਲਈ, ਕਿਰਤ ਨੂੰ ਵਧੀਆ ਬਣਾਉਣ ਲਈ ਵੰਡ ਕੇ ਛਕਣਾ ਇੱਕ ਬਹੁਤ ਜ਼ਰੂਰੀ ਗੱਲ ਹੈ। ਪਰ ਵੰਡ ਕੇ ਉੱਥੇ ਛਕੇ ਜਿੱਥੇ ਕੋਈ ਅਧਿਕਾਰੀ ਹੈ। ਵੱਡੇ ਵੱਡੇ ਢਿੱਡਾਂ ਵਾਲਿਆਂ ਦੇ ਹੋਰ ਢਿੱਡ ਭਰਨੇ ਤੇ ਕੋਈ ਸੇਵਾ ਨਹੀਂ ਹੈ। ਫਿਰ ਕਿ ਜੇ ਅਸੀਂ ਬੜੀ ਸੇਵਾ ਕਰ ਲਈ ਇੱਥੇ ਕਰਕੇ, ਜਿਹੜੇ ਪਹਿਲਾਂ ਹੀ ਖਾ ਖਾ ਕੇ ਰੋਗੀ ਬਣੇ ਬੈਠੇ ਨੇ, ਰੋਗੀਆਂ ਨੂੰ ਹੋਰ ਖਵਾਉਣਾ ਕੋਈ ਪੁੰਨ ਨਹੀਂ ਹੈ, ਅਮਲੀਆਂ ਨੂੰ ਹੋਰ ਖਵਾਉਣਾ ਕੋਈ ਪੁੰਨ ਨਹੀਂ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਕਲ ਹੀ ਕੀਚੈ ਦਾਨ ਵੀ ਕਰਨਾ ਤੇ ਉਹਦੇ ਲਈ ਅਕਲ ਹੋਣੀ ਚਾਹੀਦੀ ਹੈ। ਰੱਬ ਦੇ ਪਿਆਰ 'ਚ ਵੀ ਜੁੜਨਾ ਤੇ ਉਹਦੇ ਲਈ ਅਕਲ ਹੋਣੀ ਚਾਹੀਦੀ। ਸਵਾਲ ਹੈ ਕਿ ਅਕਲ ਮਿਲੇਗੀ ਕਿੱਥੋਂ? ਉਹ ਅਕਲ ਮਿਲੇਗੀ ਗੁਰਬਾਣੀ ਵਿੱਚੋਂ, ਉਹ ਅਕਲ ਮਿਲੇਗੀ ਧਰਮ ਗ੍ਰੰਥਾਂ ਵਿੱਚੋਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਸਾਨੂੰ ਅਕਲ ਹੀ ਦਿੰਦੀ ਹੈ, ਗਿਆਨ ਹੀ ਦਿੰਦੀ ਹੈ। ਇਸ ਕਰਕੇ ਗੁਰਬਾਣੀ ਸਾਨੂੰ ਪ੍ਰਗਾਸ ਹੀ ਦਿੰਦੀ ਹੈ। ਤਾਂ ਹੀ ਉਹ ਕਿਹਾ ਜਾਂਦਾ ਕਿ ਬਾਣੀ ਰੋਜ਼ ਪੜ੍ਹੋ, ਬਾਣੀ ਵਿਚਾਰਿਆ ਕਰੋ, ਤਾਂ ਕਿ ਸਾਨੂੰ ਪਤਾ ਲੱਗੇ ਪਰਮਾਤਮਾ ਹੈ ਕੀ ਹੈ। ਆਪਣੇ ਮੁਲਕ ਅੰਦਰ ਰੱਬ ਦੀ ਬਹੁਤ ਚਰਚਾ ਹੈ, ਪਰ ਰੱਬ ਦੇ ਬਾਰੇ ਗਿਆਨ ਕੋਈ ਨਹੀਂ ਸਾਨੂੰ। ਸਿਰਫ ਰੱਬ ਦੀ ਚਰਚਾ ਹੈ। ਰੱਬ ਦੇ ਨਾਂ ਤੇ ਗੁੰਮਰਾਹ ਹੋ ਸਕਦੇ ਅਸੀਂ, ਰੱਬ ਦੇ ਨਾਂ ਤੇ ਇਮੋਸ਼ਨਲ ਹੋ ਸਕਦੇ ਅਸੀਂ। ਇੱਕ ਨਾ ਰੱਬ ਦਾ ਗਿਆਨ ਨਹੀਂ, ਜਿੰਨੀ ਚਰਚਾ ਹੈ ਉਨੇ ਰੱਬ ਵੱਲੋਂ ਅਸੀਂ ਅਗਿਆਨੀ ਹਾਂ। ਰੱਬ ਜਿਹੜਾ ਹੈ ਉਹਦਾ ਗਿਆਨ ਤੇ ਸਾਨੂੰ ਗੁਰਬਾਣੀ 'ਚੋਂ ਮਿਲੇਗਾ, ਧਰਮ ਗ੍ਰੰਥਾਂ 'ਚੋਂ ਮਿਲੇਗਾ ਨਾ। ਤੇ ਸਾਨੂੰ ਤੇ ਕਿਹਾ ਗਿਆ ਜੀ ਧਰਮ ਗ੍ਰੰਥ ਪੜ੍ਹਨ ਦੀ ਲੋੜ ਨਹੀਂ, ਬਸ ਰੱਬ ਰੱਬ ਕਰੀ ਜਾਓ। ਉੱਥੇ ਮੱਥਾ ਟੇਕ ਦਿਓ, ਇੱਥੇ ਦਾਨ ਪੁੰਨ ਕਰ ਦਿਓ, ਇੱਥੇ ਪਾਠ ਕਿਸੇ ਨੂੰ ਪੈਸੇ ਦੇ ਕੇ ਕਰਾ ਲਓ, ਰੱਬ ਮਿਲ ਜਾਏਗਾ। ਤੇ ਕੰਮ ਹੀ ਬੜਾ ਸੌਖਾ ਹੈ। ਭੁੱਖ ਤੁਹਾਨੂੰ ਲੱਗੀ ਹੈ, ਤੁਸੀਂ ਕਹੋ ਜੀ ਮੈਂ ਪੈਸੇ ਦਿੰਦਾ, ਲਓ ਮੇਰੀ ਜਗ੍ਹਾ ਤੁਸੀਂ ਰੋਟੀ ਪਾਣੀ ਖਾ ਲਓ, ਮੇਰੀ ਭੁੱਖ ਮਿਟ ਜੇ ਤਾਂ ਦੂਰ ਹੋ ਜਾਏਗੀ ਭੁੱਖ ਕਿਤੇ। ਉਹ ਅਗਲਾ ਕਹੇਗਾ ਭੁੱਖ ਤੇ ਤੰਦੀ ਤਾਂ ਮਿਟੇਗੀ ਜੇ ਤੂੰ ਆਪ ਖਾਏਗਾ। ਪਰ ਅਸੀਂ ਇਹ ਸੋਚ ਲਿਆ ਕਿ ਪੈਸੇ ਦੇ ਕੇ ਪਾਠ ਕਰਾ ਲਓ, ਮੁਕਤੀ ਸਾਨੂੰ ਮਿਲ ਜਾਏਗੀ, ਦੁੱਖ ਸਾਡੇ ਕੱਟੇ ਜਾਣਗੇ, ਤੇ ਕੰਮ ਹੀ ਬੜਾ ਵਧੀਆ। ਫਿਰ ਤੇ ਕੋਈ ਬੰਦਾ ਮਰ ਗਿਆ, ਪਾਠ ਕਰਾ ਦਿਓ, ਮੁਕਤ ਹੋ ਗਿਆ। ਲੇਕਿਨ ਇਹ ਰੱਬ ਦੇ ਦਰ ਤੇ ਇਹ ਵਿਧਾਨ ਨਹੀਂ ਚੱਲਦਾ। ਦੁਨੀਆ ਨੂੰ ਖੁਸ਼ ਕਰ ਸਕਦੇ, ਆਪਣੇ ਮਨ ਨੂੰ ਕੁਝ ਮਾੜੀ ਮੋਟੀ ਤਸੱਲੀ ਦੇ ਸਕਦੇ ਹਾਂ। ਉਹਦੇ ਲਈ ਤੇ ਆਪ ਖਾਧੀ ਹੀ ਭੁੱਖ ਮਿਟਣੀ ਹੈ। ਆਪ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ, ਸਮਝਾਂਗੇ, ਉਹਨੂੰ ਆਪਣੀ ਜੀਵਨ ਜਾਂਚ ਬਣਾਵਾਂਗੇ, ਤਾਂ ਹੀ ਦੁੱਖਾਂ ਤੋਂ ਸਾਨੂੰ ਮੁਕਤੀ ਮਿਲਣੀ ਹੈ। ਰੱਬ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ। ਰੱਬ ਤੇ ਬੜਾ ਦਿਆਲੂ ਹੈ, ਉਹ ਸਦ ਬਖਸ਼ਿੰਦ ਸਦਾ ਮਿਹਰਬਾਨ ਹੈ। ਲੇਕਿਨ ਰੱਬ ਦੇ ਕਾਨੂੰਨ ਨੂੰ ਵੀ ਕੋਈ ਨਹੀਂ ਬਦਲ ਸਕਦਾ ਕਿ ਜਿਹੋ ਜਿਹੇ ਕਰਮ ਅਸੀਂ ਕਰਾਂਗੇ ਨਾ, ਉਹ ਫਲ ਸਾਨੂੰ ਹੀ ਭੋਗਣਾ ਪੈਣਾ, ਹੋਰ ਕੋਈ ਨਹੀਂ ਭੋਗੇਗਾ। ਸੋ ਗੁਰੂ ਰਾਮਦਾਸ ਜੀ ਦੀ ਗੱਲ ਕਰ ਰਹੇ ਸਾਂ ਕਿ ਬੜੇ ਦਿਆਲੂ, ਬੜੇ ਕਿਰਪਾਲੂ, ਬੜੇ ਮੈਤਰੀ ਭਾਵ ਵਾਲੇ, ਬੜੇ ਤਰਸ ਭਾਵ ਵਾਲੇ, ਦੂਜਿਆਂ ਤੇ ਦਇਆ ਦ੍ਰਿਸ਼ਟੀ ਕਰਨ ਵਾਲੇ ਇਹ ਫੌਜ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਸਮਦਮ ਜੋਗ ਸੁਨੇਮ ਜਮ ਉਪਰਤ ਤਿਖਿਆ ਨਾਮ। ਸਮ ਦਾ ਅਰਥ ਹੁੰਦਾ ਹੈ ਸਮ ਦ੍ਰਿਸ਼ਟੀ ਵਰਤਣੀ, ਸਾਰਿਆਂ ਦੇ ਨਾਲ ਬਰਾਬਰਤਾ ਦਾ ਵਿਹਾਰ ਕਰਨਾ। ਧਰਮ ਦੀ ਦੁਨੀਆ 'ਚ ਲੱਭਣਾ ਬੜਾ ਔਖਾ ਜਿਹਾ ਹੋ ਗਿਆ ਸਮ ਦ੍ਰਿਸ਼ਟੀ। ਦੇਖੋ ਧਰਮ ਦੇ ਨਾਲ ਤੇ ਬਹੁਤ ਧਰਮ ਲੋਕਾਂ 'ਚ ਤੇ ਬਹੁਤ ਪਿਆਰ ਹੋਣਾ ਚਾਹੀਦਾ ਹੈ, ਪਰ ਹੈਰਾਨੀ ਇਹ ਹੈ ਕਿ ਇਸ ਧਰਤੀ ਤੇ ਸਭ ਤੋਂ ਲੜਾਈਆਂ ਹੀ ਜ਼ਿਆਦਾ ਧਰਮ ਦੇ ਨਾਂ ਤੇ ਹੋਈਆਂ ਨੇ। ਸਭ ਤੋਂ ਜ਼ਿਆਦਾ ਦੁਨਿਆਵੀ ਕੰਮਾਂ ਦੇ ਲਈ ਲੜਾਈਆਂ ਹੋਈਆਂ ਹੋਣ ਉਹ ਇੱਕ ਡਿਫਰੈਂਟ ਮੈਟਰ ਹੈ, ਲੇਕਿਨ ਸਭ ਤੋਂ ਜ਼ਿਆਦਾ ਅਗਰ ਖੂਨ ਡੁੱਲਿਆ ਤੇ ਧਰਮ ਦੇ ਨਾਂ ਤੇ ਇਸ ਧਰਤੀ ਤੇ ਡੁੱਲਿਆ। ਦੇਖੋ ਨਾ, ਮੁਸਲਮਾਨ ਹਿੰਦੂ ਦੀ ਗੱਲ ਨਹੀਂ ਸੁਣਨਾ ਚਾਹੁੰਦਾ, ਹਿੰਦੂ ਮੁਸਲਮਾਨ ਨੂੰ ਮਾਰਨਾ ਚਾਹੁੰਦਾ, ਉਹ ਕਹਿੰਦਾ ਇਹਨੂੰ ਮਾਰ ਦਿਓ। ਇਹ ਕਾਹਦਾ ਧਰਮ ਹੈ? ਧਰਮ ਹੈ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ। ਸਮ ਦਾ ਅਰਥ ਹੁੰਦਾ ਸਮ ਦ੍ਰਿਸ਼ਟੀ, ਸਾਰਿਆਂ ਦੇ ਨਾਲ ਬਰਾਬਰ ਦਾ ਵਿਹਾਰ ਕਰਨਾ, ਸਮੁੱਚੀ ਮਾਨਵਤਾ ਦੇ ਵਿੱਚ ਪ੍ਰਮਾਤਮਾ ਨੂੰ ਦੇਖਣਾ। ਦਮ ਦਾ ਅਰਥ ਹੁੰਦਾ ਆਪਣੇ ਆਪ ਤੇ ਕੰਟਰੋਲ ਕਰ ਲੈਣਾ, ਆਪਣੀ ਇੰਦਰੀਆਂ ਨੂੰ ਕਾਬੂ ਕਰ ਲੈਣਾ, ਆਪਣੀ ਅੱਖਾਂ ਨੂੰ, ਆਪਣੇ ਕੰਨ ਨੂੰ, ਆਪਣੀ ਰਸਨਾ ਨੂੰ, ਆਪਣੀਆਂ ਵਾਸਨਾਵਾਂ ਨੂੰ ਕਾਬੂ ਕਰ ਲੈਣਾ। ਔਰ ਇਸੇ ਤਰੀਕੇ ਨਾਲ ਯੋਗ ਦਾ ਅਰਥ ਹੁੰਦਾ ਮਿਲਾਪ। ਨੇਮ ਦਾ ਅਰਥ ਹੁੰਦਾ ਹਰ ਵੇਲੇ ਉਸ ਪਰਮਾਤਮਾ ਦੀ ਆਪਣੀ ਜ਼ਿੰਦਗੀ ਨੂੰ ਕਿਸੇ ਸਿਸਟਮ ਵਿੱਚ ਲੈ ਆਉਣਾ, ਰੈਗੂਲਰ ਕਰ ਲੈਣਾ। ਇਹ ਗੱਲ ਚੇਤੇ ਰੱਖਣਾ, ਜਿਤਨੀ ਕਾਇਨਾਤ ਚੱਲ ਰਹੀ ਹੈ, ਸੰਸਾਰ ਚੱਲ ਰਿਹਾ, ਬ੍ਰਹਿਮੰਡ ਚੱਲ ਰਿਹਾ, ਜੋ ਕੁਝ ਵੀ ਚੱਲ ਰਿਹਾ, ਇਹ ਕਿਸੇ ਸਿਸਟਮ ਦੇ ਵਿੱਚ ਹੈ।
ਕਿੰਨੀਆਂ ਧਰਤੀਆਂ ਨੇ ਬ੍ਰਹਿਮੰਡ ਦੇ ਅੰਦਰ, ਕਿੰਨੇ ਗ੍ਰਹਿ ਨੇ ਧਰਤੀ ਦੇ ਉੱਪਰ। ਆਪਾਂ ਦੇਖਦੇ ਆਸੇ ਪਾਸੇ, ਸਾਡੀ ਧਰਤੀ ਵੀ ਇੱਕ ਮਾਮੂਲੀ ਜਿਹਾ ਗ੍ਰਹਿ ਹੈ, ਛੋਟਾ ਜਿਹਾ ਗ੍ਰਹਿ ਹੈ। ਇਹਦੋਂ ਵੱਡੇ ਵੱਡੇ ਹਜ਼ਾਰਾਂ ਗੁਣਾ ਵੱਡੇ ਗ੍ਰਹਿ ਨੇ ਜੋ ਖੋਜ ਦੱਸਦੀ ਸਾਇੰਸਦਾਨਾਂ ਦੀ। ਲੇਕਿਨ ਏਡੇ ਵੱਡੇ ਇਸ ਬ੍ਰਹਿਮੰਡ ਦੇ ਅੰਦਰ ਇਹ ਜੋ ਕੁਝ ਚੱਲ ਰਿਹਾ ਇਹ ਬੇਤਰਤੀਬਾ ਨਹੀਂ ਹੈ, ਇਹ ਆਪ ਹੁਦਰਾ ਨਹੀਂ ਹੈ, ਇਹ ਕਿਸੇ ਸਿਸਟਮ ਦੇ ਅੰਦਰ ਹੈ। ਬਚਪਨ ਵਿੱਚ ਪਿੰਡਾਂ ਦੇ ਰਹਿਣ ਵਾਲੇ ਆ, ਬਜ਼ੁਰਗਾਂ ਨੂੰ ਪਤਾ ਹੋਏਗਾ। ਹੁਣ ਸ਼ਹਿਰਾਂ ਦੀ ਜ਼ਿੰਦਗੀ ਇਹੋ ਜਿਹੀ, ਅੰਦਰਾਂ ਤੋਂ ਬਾਹਰ ਹੀ ਨਹੀਂ ਨਿਕਲਦੇ ਆਪਾਂ। ਕਦੀ ਪਿੰਡਾਂ 'ਚ ਰਾਤ ਨੂੰ ਬਾਹਰ ਸੌਣਾ, ਕੋਠਿਆਂ 'ਤੇ ਸੌਣਾ। ਗਰਮੀਆਂ ਦੇ ਦਿਨ ਦੇਖਣਾ ਕਈ ਵਾਰੀ ਚੰਗਿਆੜਾ ਜਿਹਾ ਧਰਤੀ ਨੂੰ ਡਿੱਗਦਾ ਸੀ ਤੇ ਬਜ਼ੁਰਗਾਂ ਕਹਿਣਾ ਤਾਰਾ ਟੁੱਟ ਗਿਆ ਏ। ਅੱਜ ਦੇ ਵਿਗਿਆਨਕ ਪੁੱਛੀਏ ਤਾਰਾ ਕੀ ਹੈ ਟੁੱਟਣਾ, ਉਹ ਕਹਿੰਦੇ ਤਾਰਾ ਵੀ ਸਾਡੀ ਧਰਤੀ ਵਰਗੀ ਕੋਈ ਧਰਤੀ ਸੀ, ਵੱਡੀ ਸੀ ਸਗੋਂ। ਉਹ ਜਦੋਂ ਆਪਣੀ ਨੀਅਤ ਚਾਲ ਤੋਂ ਅੱਗੇ ਪਿੱਛੇ ਹੋਈ, ਜੋ ਕੁਦਰਤ ਨੇ ਨੀਅਤ ਕੀਤੀ ਉਹ ਬਰਬਾਦ ਹੋ ਗਈ। ਉਹ ਇੱਕ ਧਰਤੀ ਬਰਬਾਦ ਹੋ ਗਈ। ਪਤਾ ਨਹੀਂ ਕਿੰਨੀਆਂ ਧਰਤੀਆਂ ਡਿੱਗਦੀਆਂ ਨੇ, ਟੁੱਟਦੀਆਂ ਨੇ, ਆਕਾਸ਼ ਦੇ ਤਾਰੇ ਟੁੱਟਦੇ ਰਹਿੰਦੇ ਨੇ। ਇਹ ਸਿਸਟਮ ਕਿਸੇ ਮਰਜ਼ਾਦਾ ਵਿੱਚ ਹੈ। ਇੰਡਸਟਰੀ ਦਾ ਯੁੱਗ ਹੈ, ਵੱਡੀਆਂ ਵੱਡੀਆਂ ਫੈਕਟਰੀਆਂ, ਕਾਰਖਾਨੇ ਚੱਲਦੇ ਨੇ, ਕਿੰਨੀਆਂ ਗਰਾਰੀਆਂ ਉਹਦੇ 'ਚ ਹੁੰਦੀਆਂ ਨੇ। ਉਹ ਗਰਾਰੀਆਂ ਦੀ ਕੋਈ ਚਾਲ ਇੰਜੀਨੀਅਰ ਨੇ ਨੀਅਤ ਕੀਤੀ ਹੋਈ ਹੈ। ਜਦੋਂ ਉਹ ਅੱਗੇ ਪਿੱਛੇ ਹੁੰਦੀਆਂ ਨੇ, ਟੁੱਟ ਜਾਂਦੀਆਂ ਨੇ, ਹੋਰ ਵੀ ਨੁਕਸਾਨ ਦਾ ਕਾਰਨ ਬਣਦੀਆਂ ਨੇ। ਏਅਰ ਟ੍ਰੈਫਿਕ ਚੱਲ ਰਹੀ ਹੈ, ਹਜ਼ਾਰਾਂ ਜਹਾਜ਼ ਤੁਸੀਂ ਦੇਖੋ ਆਕਾਸ਼ ਦੇ ਤੁਰੇ ਫਿਰਦੇ ਨੇ। ਕਦੀ ਤੁਸੀਂ ਏਅਰ ਟ੍ਰੈਫਿਕ ਇੱਕ ਪਾ ਕੇ ਇੰਟਰਨੈਟ 'ਤੇ ਦੇਖੋ, ਤੁਸੀਂ ਤੁਹਾਡੇ ਸਿਰ 'ਤੇ ਕਈ ਜਹਾਜ਼ ਲੰਘਦੇ, ਪਤਾ ਵੀ ਲੱਗ ਜੂਗਾ ਕਿਹੜੇ ਮੁਲਕ ਦਾ, ਕਿਹੜੀ ਏਅਰਲਾਈਨ ਦਾ ਤੁਰਿਆ ਜਾ ਰਿਹਾ। ਲੇਕਿਨ ਜੇ ਉਹ ਚੱਲ ਰਹੀ ਟ੍ਰੈਫਿਕ ਤੇ ਕਿਸੇ ਸਿਸਟਮ ਦੇ ਵਿੱਚ ਹੈ, ਉਹ ਬੇਤਰਤੀਬੀ ਨਹੀਂ ਹੈ। ਇਸੇ ਤਰੀਕੇ ਦੇ ਨਾਲ ਜੇ ਅਸੀਂ ਜ਼ਿੰਦਗੀ 'ਚ ਸੁੱਖ ਚਾਹੁੰਦੇ ਹਾਂ, ਉਹਦਾ ਇੱਕੋ ਇੱਕ ਤਰੀਕਾ ਕਿਸੇ ਨੇਮ ਵਿੱਚ ਆ ਜਾਈਏ, ਕਿਸੇ ਮਰਜ਼ਾਦਾ ਵਿੱਚ ਆ ਜਾਈਏ। ਜਦੋਂ ਤੁਸੀਂ ਨੇਮ ਵਿੱਚ ਆ ਜਾਓਗੇ, ਸਾਡਾ ਉੱਠਣ ਦੀ ਕੋਈ ਮਰਜ਼ਾਦਾ ਹੋ ਜਾਏ, ਟਾਈਮ ਹੋ ਜਾਏ, ਖਾਣ ਦਾ ਕੋਈ ਸਿਸਟਮ ਹੋ ਜਾਏ, ਰਹਿਣ ਦਾ ਬੋਲਣ ਦਾ ਸਿਸਟਮ ਹੋ ਜਾਏ, ਜ਼ਿੰਦਗੀ ਸੁੱਖਾਂ ਨਾਲ ਭਰ ਜਾਏਗੀ। ਦੁੱਖਾਂ ਦਾ ਕਾਰਨ ਤੇ ਕੋਈ ਨਹੀਂ। ਜ਼ਿੰਦਗੀ 'ਚ ਰੱਬ ਨੇ ਤੇ ਦੁੱਖ ਕੋਈ ਨਹੀਂ ਦਿੱਤਾ। ਇਹ ਧਰਤੀ ਜਾਂ ਜ਼ਿੰਦਗੀ ਦੁੱਖਾਂ ਲਈ ਨਹੀਂ ਬਣਾਈ, ਇਹ ਤੇ ਆਨੰਦ ਲਈ ਬਣਾਈ ਹੈ। ਦੁੱਖ ਕਿੱਥੋਂ ਪੈਦਾ ਹੋ ਗਏ? ਸਤਿਗੁਰੂ ਜੀ ਕਹਿੰਦੇ ਇੱਕੋ ਇੱਕ ਤਰੀਕਾ ਕਿ ਇਹ ਜਗਤ ਮਮਤਾ ਮੂਆ ਜੀਵਨ ਕੀ ਬਿਧ ਨਾਏ। ਮਨੁੱਖ ਨੂੰ ਜਿਉਣ ਦੀ ਜਾਚ ਹੀ ਨਹੀਂ ਆਈ, ਇਹਨੂੰ ਪਤਾ ਹੀ ਨਹੀਂ ਜਿਉਣਾ ਕਿਵੇਂ। ਨੇਮ ਦਾ ਅਰਥ ਹੈ ਕਿਸੇ ਮਰਜ਼ਾਦਾ ਵਿੱਚ ਆ ਜਾਣਾ। ਬੰਦਾ ਕਹਿੰਦਾ ਆਜ਼ਾਦੀ ਚਾਹੀਦੀ ਹੈ। ਆਜ਼ਾਦੀ ਦੇ ਵੀ ਕੁਝ ਨਿਯਮ ਹੁੰਦੇ ਨੇ। ਆਜ਼ਾਦੀ ਦਾ ਅਰਥ ਅਵਾਰਾਗਰਦੀ ਨਹੀਂ ਹੈ। ਆਜ਼ਾਦੀ ਦਾ ਅਰਥ ਆਪ ਹੁਦਰਾਪਣ ਨਹੀਂ ਹੈ। ਹਰ ਮੁਲਕ ਆਪਾਂ ਦੇਖਦੇ, ਆਜ਼ਾਦ ਮੁਲਕਾਂ 'ਚ ਆਪਾਂ ਰਹਿੰਦੇ ਹਾਂ, ਜਾਂਦੇ ਹਾਂ, ਲੇਕਿਨ ਉਸ ਆਜ਼ਾਦੀ ਦੇ ਕੁਝ ਨਿਯਮ ਤਾਂ ਹੈਗੇ ਆ ਨਾ। ਇਸੇ ਤਰੀਕੇ ਦੇ ਨਾਲ ਜ਼ਿੰਦਗੀ ਦੇ ਕੁਝ ਨਿਯਮ ਨੇ, ਉਹਨੂੰ ਕਿਹਾ ਜਾਂਦਾ ਨੇਮ। ਨੇਮ ਦੇ ਧਾਰਨੀ ਬਣ ਜਾਣਾ, ਕਿਸੇ ਮਰਜ਼ਾਦਾ ਵਿੱਚ ਆ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜ਼ਿੰਦਗੀ ਦੀ ਵਡਿਆਈ ਸਮ ਦਮ ਜੋਗ ਸੁਨੇਮ ਜਮ ਉਪਰੰਤ ਤਿਥਿਖਾ ਨਾਮ। ਹਰ ਵੇਲੇ ਰੱਬ ਦੇ ਪਿਆਰ ਜੁੜੇ ਰਹਿਣਾ, ਹਰ ਵੇਲੇ ਪ੍ਰਮਾਤਮਾ ਨੂੰ ਚੇਤੇ ਰੱਖਣਾ, ਇਹ ਉਹਨਾਂ ਦੀ ਜ਼ਿੰਦਗੀ ਦੀ ਫੌਜ ਹੈ। ਸਭ ਤੋਂ ਰੰਗ ਕੀ ਬਾਹਿਨੀ ਰਾਜਤ ਸਤਿਗੁਰ ਰਾਮ। ਕਿਉਂਕਿ ਜਦੋਂ ਗੱਲ ਕੀਤੀ ਗੁਰਬਾਣੀ 'ਚ, ਭਾਈ ਸੱਤਾ ਤੇ ਬਲਵੰਡ ਜੀ ਨੇ ਇੱਕ ਗੱਲ ਕਹੀ, ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀ ਵੰਦੇ। ਗੁਰੂ ਨਾਨਕ ਸਾਹਿਬ ਜੀ ਨੇ ਰਾਜ ਕਾਇਮ ਕੀਤਾ ਹੈ ਭਾਈ। ਇਹ ਤੇ ਦੇਖਣ ਦੀ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਵੱਡੀਆਂ ਵੱਡੀਆਂ ਗੌਰਮੈਂਟਾਂ ਜੋ ਕੰਮ ਨਹੀਂ ਕਰ ਸਕਦੀਆਂ, ਉਹ ਗੁਰੂ ਨਾਨਕ ਦਾ ਘਰ ਕਰ ਸਕਦਾ, ਔਰ ਕੀਤਾ ਹੈ ਗੁਰੂ ਨਾਨਕ ਦੇ ਘਰ ਨੇ। ਪ੍ਰਤੱਖ ਨੂੰ ਪ੍ਰਮਾਣ ਕੀ ਹੈ? ਪਿਛਲੇ 2 ਸਾਲਾਂ ਤੋਂ ਤੁਸੀਂ ਦੇਖਿਆ ਹੈ, ਗੌਰਮੈਂਟਾਂ ਵੀ ਮਜਬੂਰ ਹੋ ਗਈਆਂ, ਬੇਵੱਸ ਹੋ ਗਈਆਂ। ਇਹੋ ਜਿਹੇ ਹਾਲਾਤ ਬਣ ਗਏ ਸਾਰੀ ਦੁਨੀਆ ਦੇ ਅੰਦਰ। ਮੌਤ ਦੇ ਮੂੰਹ 'ਚ ਦੁਨੀਆ ਰਹਿ ਰਹੀ ਸੀ, ਡਰਦਿਆਂ ਕੋ ਬਾਹਰ ਨਹੀਂ ਸੀ ਨਿਕਲਦਾ। ਤੇ ਇਹੋ ਜਿਹੇ ਸਮੇਂ ਤੇ ਗੁਰੂ ਨਾਨਕ ਦੇ ਘਰ ਨੇ ਦੁਖੀਆਂ ਦੀ ਬਾਂਹ ਫੜੀ, ਭੁੱਖਿਆਂ ਨੂੰ ਰੋਟੀ ਦਿੱਤੀ, ਔਰ ਔਖੇ ਵੇਲੇ ਕਿਸੇ ਦੇ ਕੰਮ ਆਏ। ਗੁਰੂ ਨਾਨਕ ਦਾ ਰਾਜ ਇਹੀ ਹੈ ਨਾ, ਇਹੀ ਤੇ ਗੁਰੂ ਨਾਨਕ ਦੀ ਵਡਿਆਈ ਹੈ। ਇਸ ਕਰਕੇ ਕਹਿੰਦੇ ਕਿ ਸਤਿਗੁਰੂ ਜੀ ਦਾ ਜੋ ਰਾਜ ਹੈ ਨਾ, ਉਹਨਾਂ ਦੀ ਇਹ ਫੌਜ ਹੈ ਤੁਰੰਗ। ਤੁਰੰਗ ਦਾ ਅਰਥ ਹੁੰਦਾ ਘੋੜਿਆਂ ਵਾਲੀ ਫੌਜ ਹੈ ਸਤਿਗੁਰੂ ਜੀ ਦੀ। ਕਿਹੜੀ? ਸਮ ਦਮ ਔਰ ਜੋਗ ਨੇਮ ਜਮ, ਜੋ ਕੁਝ ਵੀ ਇਹ ਸਾਰੇ ਗੁਣ, ਇਹ ਉਹਨਾਂ ਦੀ ਇੱਕ ਫੌਜ ਹੈ। ਸ਼ਰਧਾ ਸੋਚ ਸੁਬੁੱਧ ਬਰ ਸਭ ਸ਼ੁਭ ਕਰਮ ਵਿਰਾਮ। ਸ਼ਰਧਾ ਮਨ ਦੇ ਵਿੱਚ ਪਿਆਰ ਹੋਣਾ। ਇੱਕ ਹੁੰਦਾ ਗਿਆਨ, ਇੱਕ ਹੁੰਦੀ ਹੈ ਸ਼ਰਧਾ। ਦੇਖੋ ਗਿਆਨ ਬਹੁਤ ਜ਼ਰੂਰੀ ਹੈ, ਪਰ ਸ਼ਰਧਾ ਤੋਂ ਬਿਨਾਂ ਗਿਆਨ ਹੰਕਾਰ ਦਾ ਕਾਰਨ ਬਣ ਜਾਂਦਾ ਹੈ। ਰੁੱਖਾ ਗਿਆਨ ਵੀ ਬੜਾ ਖਤਰਨਾਕ ਹੈ। ਇੱਦਾਂ ਕਹਿ ਸਕਦੇ ਕਿ ਸ਼ਰਧਾ ਜਿਹੜੀ ਹੈ ਉਹ ਪੈਰਾਂ ਦੀ ਨਿਆਈ ਹੈ। ਸ਼ਰਧਾ ਤੋਂ ਬਿਨਾਂ ਅਸੀਂ ਰੱਬ ਵਾਲੇ ਬੰਨੇ, ਧਰਮ ਵਾਲੇ ਬੰਨੇ ਤੁਰ ਹੀ ਨਹੀਂ ਸਕਦੇ। ਸ਼ਰਧਾ ਬਹੁਤ ਜ਼ਰੂਰੀ ਹੈ, ਲੇਕਿਨ ਸ਼ਰਧਾ ਦੇ ਨਾਲ ਗਿਆਨ ਬੜਾ ਜ਼ਰੂਰੀ ਹੈ। ਪੈਰ ਹੋਣ ਬੰਦੇ ਕੋ, ਅੱਖੀਆਂ ਹੀ ਨਾ ਹੋਣ, ਤੁਰ ਸਕਦਾ, ਪਰ ਕਿੱਧਰ ਨੂੰ ਤੁਰਨਾ ਉਹਨੇ? ਕਈ ਵਾਰੀ ਰਸਤਾ ਨਹੀਂ ਨਜ਼ਰ ਆਏਗਾ, ਕਿਸੇ ਕੰਧ 'ਚ ਵੱਜੇਗਾ, ਕਿਸੇ ਟੋਏ 'ਚ ਡਿੱਗ ਪਏਗਾ। ਸ਼ਰਧਾ ਬੜੀ ਹੈ ਧਰਮ ਦੀ ਦੁਨੀਆ ਅੰਦਰ, ਪਰ ਸ਼ਰਧਾ ਦੇ ਨਾਲ ਗਿਆਨ ਬਹੁਤ ਜ਼ਰੂਰੀ ਹੈ। ਗਿਆਨ ਅੱਖਾਂ ਦਾ ਕੰਮ ਕਰਦਾ ਹੈ। ਸਤਿਗੁਰੂ ਜੀ ਦੇ ਗਿਆਨ ਦੀ ਗੱਲ ਕਰੇ, ਹੁਣ ਕਹਿੰਦੇ ਸਤਿਗੁਰੂ ਜੀ ਦੇ ਮਨ ਅੰਦਰ ਸ਼ਰਧਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਵੇਲੇ ਵਾਹਿਗੁਰੂ ਜੀ ਦੇ ਪਿਆਰ ਜੁੜੇ। ਬੁੱਧਵਾਰ ਸ੍ਰੇਸ਼ਟ ਮਤ ਉਹਨਾਂ ਦੇ ਕੋਲ, ਸਭ ਸ਼ੁਭ ਕਰਮ ਵਿਰਾਮ, ਔਰ ਹਰ ਤਰ੍ਹਾਂ ਕਰਕੇ ਆਪ ਜੀ ਸ਼ੁਭ ਕਰਮ ਕਰਨ ਵਾਲੇ, ਉੱਤਮ ਕਰਮ ਕਰਨ ਵਾਲੇ ਹਨ। ਭੋ ਤਬ ਬਾਉ ਜੋ ਪੈਕ ਜਲ ਦਲ ਰਾਜਤ ਸਤਿਗੁਰ ਰਾਮ। ਭਉ ਦਾ ਅਰਥ ਹੁੰਦਾ ਹੈ ਅਦਬ, ਜਿਹਨੂੰ ਆਪਾਂ ਡਰ ਕਹਿੰਦੇ ਹਾਂ। ਦੇਖੋ ਭਉ ਦੋ ਤਰ੍ਹਾਂ ਦਾ ਹੈ। ਇੱਕ ਗੁਰਬਾਣੀ 'ਚ ਲਫ਼ਜ਼ ਆਇਆ ਹੈ ਨਿਰਮਲ ਭਉ। ਗੁਰੂ ਸਾਹਿਬ ਜੀ ਕਹਿੰਦੇ ਭੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ। ਭਉ ਦਾ ਅਰਥ ਹੁੰਦਾ ਹੈ ਅਦਬ, ਸਤਿਕਾਰ। ਇੱਕ ਨਿਰਮਲ ਭਉ ਜਿਹਨੂੰ ਆਪਾਂ ਕਹਿੰਦੇ ਹਾਂ, ਬਜ਼ੁਰਗਾਂ ਦੇ ਪ੍ਰਤੀ ਜਿਹੜਾ ਸਤਿਕਾਰ ਹੁੰਦਾ ਹੈ, ਵੱਡਿਆਂ ਦੇ ਪ੍ਰਤੀ ਸਤਿਕਾਰ, ਆਪਾਂ ਕਹਿੰਦੇ ਬਾਪੂ ਤੋਂ ਡਰ ਕੇ ਰਹਿਣਾ ਚਾਹੀਦਾ। ਡਰਨ ਦਾ ਅਰਥ ਇਹ ਨਹੀਂ ਕਿ ਉਹ ਸਾਨੂੰ ਉਹ ਸਜ਼ਾ ਦੇਵੇਗਾ, ਉਹਦੇ ਸਤਿਕਾਰ ਨੂੰ ਕਾਇਮ ਰੱਖਣਾ, ਉਹਦੇ ਅਦਬ ਨੂੰ ਕਾਇਮ ਰੱਖਣਾ। ਗੁਰਬਾਣੀ ਕਹਿੰਦੀ ਪ੍ਰਮਾਤਮਾ ਦੇ ਭਉ 'ਚ ਰਹਿਣਾ, ਡਰਨਾ ਨਹੀਂ ਪ੍ਰਮਾਤਮਾ ਤੋਂ, ਪਰ ਪ੍ਰਮਾਤਮਾ ਦਾ ਅਦਬ ਰੱਖਣਾ, ਸਤਿਕਾਰ ਰੱਖਣਾ ਪ੍ਰਮਾਤਮਾ ਦਾ। ਗੁਰੂ ਸਾਹਿਬ ਜੀ ਦੀ ਇਹ ਵਡਿਆਈ ਕਿ ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਭਉ ਹੈ। ਤਪ, ਤਪ ਦਾ ਅਰਥ ਹੁੰਦਾ ਇੱਕ ਤਪੇ ਜੋਗੀ ਲੋਕ ਕਰਦੇ ਜਾਂ ਹੋਰ ਤਪਸਵੀ ਕਰਦੇ, ਕੋਈ ਧੂਣੀਆਂ ਤਾਂ ਕੇ ਬੈਠਾ ਹੈ, ਕੋਈ ਸਰੀਰ ਨੂੰ ਕਸ਼ਟ ਦੇ ਰਿਹਾ, ਉਸ ਤਪ ਨੂੰ ਕੋਈ ਮਾਣ ਨਹੀਂ ਦਿੱਤਾ ਗੁਰਮਤਿ ਦੇ ਅੰਦਰ। ਗੁਰਮਤਿ 'ਚ ਤਪ ਕੀ ਹੈ? ਸੇਵਾ ਕਰਨੀ, ਇਹ ਤਪ ਹੈ। ਦੂਜਿਆਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਯਤਨਸ਼ੀਲ ਰਹਿਣਾ, ਆਪਣੇ ਸਰੀਰ ਨੂੰ ਸੰਜਮ ਵਿੱਚ ਰੱਖਣਾ, ਇਹ ਵੀ ਇੱਕ ਤਪ ਹੈ। ਇਸ ਤਰੀਕੇ ਨਾਲ ਭਾਉ, ਭਾਉ ਦਾ ਅਰਥ ਹੁੰਦਾ ਪਿਆਰ, ਹਿਰਦੇ 'ਚ ਪਿਆਰ ਹੈ। ਗੁਰਬਾਣੀ ਕਹਿੰਦੀ ਤੁਸੀਂ ਜੋ ਕੁਝ ਮਰਜ਼ੀ ਕਰ ਲਓ, ਜੇ ਤੁਹਾਡੇ ਮਨ 'ਚ ਪਿਆਰ ਹੀ ਨਹੀਂ ਹੈ ਤੇ ਕੀਤੇ ਹੋਏ ਕਰਮ ਅਕਾਰਥ ਨੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਰੋਜ਼ ਚੇਤੇ ਕਰਦੇ ਹਾਂ ਕਿ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਿਆਰ, ਭਉ, ਤਪ, ਇਹ ਗੁਰੂ ਸਾਹਿਬ ਜੀ ਦੀ ਜ਼ਿੰਦਗੀ ਦੇ ਗਹਿਣੇ ਨੇ ਭਾਈ। ਪ੍ਰੇਮ ਬਲੀ ਸੈਨਾਪਤੀ ਹਰ ਕੀਰਤਨ ਤਾਂ ਅਬਰਾਮ। ਸਤਿਗੁਰੂ ਜੀ ਦੇ ਕੋਲ ਸਭ ਤੋਂ ਵੱਡਾ ਜੋ ਸੈਨਾਪਤੀ ਉਹਨਾਂ ਦੀ ਫੌਜ ਦਾ ਉਹ ਹੈ ਪ੍ਰੇਮ, ਭਾਵ ਉਹਨਾਂ ਦੇ ਮਨ 'ਚ ਪਿਆਰ ਹੈ। ਗੁਰੂ ਰਾਮਦਾਸ ਜੀ ਦੀ ਪਵਿੱਤਰ ਬਾਣੀ ਪੜ੍ਹ ਕੇ ਦੇਖੋ, ਪਿਆਰ ਜਿਹੜਾ ਹੈ ਉਹਨਾਂ ਦੀ ਬਾਣੀ 'ਚੋਂ ਜਿਵੇਂ ਕਿਸੇ ਚਸ਼ਮੇ 'ਚੋਂ ਜਲ ਨਹੀਂ ਬਾਹਰ ਨੂੰ ਨਿਕਲਦਾ, ਇਵੇਂ ਉਹਨਾਂ ਦੇ ਇੱਕ ਇੱਕ ਲਫ਼ਜ਼ ਵਿੱਚ ਪ੍ਰਮਾਤਮਾ ਦਾ ਪਿਆਰ ਭਰਿਆ ਹੋਇਆ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ ਰਾਮ ਰਾਜੇ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਮੇਰੇ ਹਰ ਪ੍ਰੀਤਮ ਕੀ ਕੋ ਬਾਤ ਸੁਣਾਵੇ, ਸੋ ਭਾਈ ਸੋ ਮੇਰਾ ਵੀਰ। ਉਹਨਾਂ ਦੀ ਪਵਿੱਤਰ ਬਾਣੀ 'ਚ ਪਿਆਰ, ਵੈਰਾਗ, ਸ਼ਰਧਾ, ਇਹ ਭਰੀਆਂ ਪਈਆਂ ਨੇ ਚੀਜ਼ਾਂ। ਕਵੀ ਜੀ ਕਹਿੰਦੇ ਸਤਿਗੁਰੂ ਜੀ ਦੇ ਮਨ 'ਚ ਪ੍ਰਮਾਤਮਾ ਦਾ ਪਿਆਰ, ਇਹ ਸਮਝੋ ਕਿ ਉਹਨਾਂ ਦਾ ਸੈਨਾਪਤੀ ਹੈ ਫੌਜ ਦਾ। ਕਿਸੇ ਵੀ ਥਾਂ ਤੇ ਜਿੱਤ ਪ੍ਰਾਪਤ ਕਰਨ ਲਈ ਕੁਝ ਫੌਜ ਹੁੰਦੀ ਹੈ, ਸਤਿਗੁਰੂ ਜੀ ਦੀ ਇਹ ਫੌਜ ਹੈ ਸ਼ੁਭ ਗੁਣ। ਸ਼ੁਭ ਗੁਣਾਂ ਦੇ ਨਾਲ ਉਹਨਾਂ ਨੇ ਵਡਿਆਈ ਪ੍ਰਾਪਤ ਕੀਤੀ ਹੈ, ਉੱਤਮ ਗੁਣਾਂ ਦੇ ਨਾਲ। ਉਹਨਾਂ 'ਚ ਸਭ ਤੋਂ ਉੱਤਮ ਹੈ ਪਿਆਰ। ਇਹ ਸੈਨਾਪਤੀ ਹਰ ਕੀਰਤਨ ਅਵਿਰਾਮ, ਹਰ ਵੇਲੇ ਵਾਹਿਗੁਰੂ ਜੀ ਦੀ ਕੀਰਤੀ ਕਰਨੀ, ਇਹ ਉਹਨਾਂ ਦੇ ਕੋਲ ਮਹਾਨ ਦਾਤ ਹੈ। ਧੁੰਦ ਬਹਿ ਨਿਰਭੈ ਭਜਨ ਰਾਜਤ ਸਤਿਗੁਰ ਰਾਮ। ਧੁੰਦਬ ਕਿਹਾ ਜਾਂਦਾ ਨਗਾਰੇ ਨੂੰ। ਜਦੋਂ ਫੌਜ ਚੜ੍ਹਦੀ ਹੈ ਉੱਥੇ ਰੱਥ ਹੁੰਦੇ ਨੇ, ਘੋੜੇ ਹੁੰਦੇ ਨੇ, ਹੋਰ ਹਥਿਆਰ ਹੁੰਦੇ ਨੇ, ਝੰਡੇ ਝੂਲਦੇ ਹੁੰਦੇ ਨੇ, ਪਰ ਨਗਾਰੇ ਵੀ ਵੱਜਦੇ ਨੇ। ਸਤਿਗੁਰੂ ਜੀ ਦੀ ਫੌਜ ਦੇ ਵਿੱਚ ਨਗਾਰੇ ਕਿਹੜੇ ਨੇ? ਉਹ ਕਹਿੰਦੇ ਨੇ ਨਗਾਰੇ ਇਹ ਨੇ ਹਰ ਕੀਰਤਨ। ਵਾਹਿਗੁਰੂ ਜੀ ਦਾ ਕੀਰਤਨ ਜਿਹੜਾ ਇਹ ਨਗਾਰਾ ਹੈ ਗੁਰੂ ਕੀ ਫੌਜ ਦਾ। ਵਾਹਿਗੁਰੂ ਜੀ ਦਾ ਕੀਰਤਨ ਜਿਹੜਾ ਹੈ ਇਹ ਸਾਡੇ ਅੰਦਰ ਜਿਹੜੇ ਸਾਡੇ ਵੈਰੀ ਗੁਣ ਨੇ ਉਹਨਾਂ ਦੇ ਅੰਦਰ ਡਰ ਪੈਦਾ ਕਰਦਾ ਹੈ, ਮਨੁੱਖ ਦੇ ਅੰਦਰ ਪਿਆਰ ਪੈਦਾ ਕਰਦਾ ਹੈ। ਮੋਹ ਸ਼ਤਰੂ ਮਨ ਦੇਸ਼ ਮੈਂ ਰਾਜ ਕਰਤ ਰਚ ਧਾਮ। ਵੈਰੀ ਕੌਣ ਹੈ? ਕਿਸੇ ਮਨੁੱਖ ਨੂੰ ਤੇ ਵੈਰੀ ਕਿਹਾ ਹੀ ਨਹੀਂ ਗੁਰਮਤਿ ਨੇ, ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ। ਵੈਰੀ ਕੌਣ ਹੈ? ਸਾਡੇ ਅੰਦਰ ਜਿਹੜਾ ਹੰਕਾਰ ਹੈ, ਮੋਹ ਹੈ, ਵਿਕਾਰ ਨੇ, ਇਹ ਵੈਰੀ ਨੇ। ਗੁਰਮਤਿ ਨੇ ਸੂਰਮਾ ਉਹਨੂੰ ਨਹੀਂ ਕਿਹਾ ਜਿਹੜਾ ਕੇਵਲ ਬਾਹਰੀ ਤੌਰ ਤੇ ਮੱਲਾਂ ਮਾਰੀ ਜਾਏ, ਲੋਕਾਂ ਨੂੰ ਲੁੱਟੀ ਜਾਏ, ਕੁੱਟੀ ਜਾਏ, ਮਾਰੀ ਜਾਏ। ਸੂਰਮਾ ਉਹ ਹੈ ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ। ਜਾਂ ਕੋ ਹਾਰੰਗ ਲਾਗੋ ਇਸ ਯੁਗ में ਸੋ ਕਹੀਤ ਹੈ ਸੂਰਾ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਸੂਰਮਾ ਉਹ ਹੈ ਜਿਹੜਾ ਆਪਣੇ ਅੰਦਰੋਂ ਵਿਕਾਰਾਂ ਨੂੰ ਖਤਮ ਕਰ ਲੈਂਦਾ। ਜਿਹਨੇ ਆਪਣੇ ਆਪ ਨੂੰ ਜਿੱਤ ਲਿਆ ਉਹ ਸਾਰੀ ਦੁਨੀਆ ਦਾ ਜੇਤੂ ਬਣ ਜਾਂਦਾ ਹੈ। ਜੇ ਬੰਦਾ ਆਪਣੇ ਆਪ ਨੂੰ ਜਿੱਤ ਨਹੀਂ ਸਕਿਆ ਉਹ ਸਾਰੀ ਦੁਨੀਆ ਨੂੰ ਜਿੱਤ ਕੇ ਵੀ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਸ ਫੌਜ ਦੇ ਨਾਲ, ਇਸ ਨਗਾਰੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਅੰਦਰੋਂ ਵੈਰੀ ਜਿਹੜੇ ਨੇ, ਪਖੰਡ ਹੈ, ਹੰਕਾਰ ਹੈ, ਮੋਹ ਹੈ, ਇਹਨੂੰ ਜਿੱਤਣ ਦੇ ਲਈ ਵਰਤਦੇ ਹਨ। ਮਾਰ ਸ਼ਾਰ ਪ੍ਰਾਜੈ ਕਰਿਓ ਰਾਜਤ ਸਤਿਗੁਰ ਰਾਮ। ਗੁਰੂ ਸਾਹਿਬ ਜੀ ਨੇ ਐਵੇਂ ਸ਼ੁਭ ਗੁਣਾਂ ਦੇ ਰਾਹੀਂ ਆਪਣੇ ਅੰਦਰੋਂ ਵਿਕਾਰਾਂ ਨੂੰ, ਔਗੁਣਾਂ ਨੂੰ, ਵੈਰੀਆਂ ਨੂੰ ਖਤਮ ਕਰ ਦਿੱਤਾ।
ਤੇ ਹੁਣ ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ, ਦੂਤੇ ਦਹਨ ਪਿਆ ਗੋਬਿੰਦ ਪ੍ਰਗਟਾਇਆ। ਇਸ ਅਵਸਥਾ 'ਚ ਪਹੁੰਚੇ ਹੋਏ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਿੰਘਾਸਨ ਤੇ ਬੈਠੇ ਨੇ। ਜਿਵੇਂ ਉਹ ਸੰਗਤਾਂ ਨੂੰ ਸਮੇਂ-ਸਮੇਂ ਤੇ ਗੁਰਬਾਣੀ ਨਾਲ ਗੁਰਮਤਿ ਨਾਲ ਜੋੜਨਗੇ। ਮਾਨਯੋਗ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਕਾ ਇਤਿਹਾਸ ਕਵਿਤਾ ਰੂਪ 'ਚ ਬੜੇ ਸੁੰਦਰ ਢੰਗ ਦੇ ਨਾਲ ਅੰਕਿਤ ਕੀਤਾ ਹੈ। ਸ੍ਰੀ ਗੁਰ ਪ੍ਰਤਾਪ ਗ੍ਰੰਥ, ਇਹਦਾ ਅਰਥ ਹੈ ਕਿ ਉਹ ਗ੍ਰੰਥ ਜਿਹਦੇ 'ਚੋਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਉਹ ਗ੍ਰੰਥ ਜਿਹਦੇ ਵਿੱਚੋਂ ਗੁਰੂ ਕਾ ਪ੍ਰਤਾਪ ਜਿਵੇਂ ਸੂਰਜ ਨਹੀਂ ਸਾਰੇ ਪਾਸੇ ਰੋਸ਼ਨੀ ਕਰਦਾ, ਜਿਸ ਦੇ ਰਾਹੀਂ ਗੁਰੂ ਕਾ ਪ੍ਰਤਾਪ ਪ੍ਰਗਟ ਹੋਵੇ, ਸੂਰਜਵਤ ਗੁਰੂ ਕਾ ਪ੍ਰਤਾਪ ਪ੍ਰਗਟ ਹੋਏ, ਉਸ ਗ੍ਰੰਥ ਅੰਦਰ ਇਹ ਚਰਚਾ ਹੈ। ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਸਤਿਗੁਰੂ ਸਾਰਿਆਂ ਨੂੰ ਆਪਣੇ ਦਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰਥ ਕਰਨ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।